ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਹਰਗੋਬਿੰਦ ਜੀ ਉਠੇ, ਕਰ ਸਭ ਸੋਚ ਇਸ਼ਨਾਨ। ਬਸਤਰ ਸ਼ਸਤਰ ਕੋ ਪਹਿਰ ਕਰ, ਹੋਤ ਭਏ ਸਾਵਧਾਨ। ਸ਼੍ਰੀ ਹਰਗੋਬਿੰਦ ਜੀ ਉਠੇ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਵਾਰੀ। ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਬਾਣੀ, ਉਸ ਦਾ ਮੁੱਖ ਵਾਕ ਪਾਠ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ ਹੈ। ਕੁਝ ਸਮਾਂ ਸੰਗਤ ਜੀ ਆਪਾਂ ਮਹਾਰਾਜ ਜੀ ਦਾ ਇਤਿਹਾਸ ਸੁਣਨਾ ਹੈ। ਸੁਰਤੀਆਂ ਬਿਰਤੀਆਂ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਦੋਵੇਂ ਹੱਥ ਜੋੜ ਕੇ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਰਵਣ ਕੀਤਾ
ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਲੀ ਜਾਣ ਦੀ ਤਿਆਰੀ ਕੀਤੀ ਸੀ। ਹਜੂਰ ਮਹਾਰਾਜ ਗਰੀਬ ਨਵਾਜ ਬਸਤਰ ਸ਼ਸਤਰ ਸਜਾ ਕੇ ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਨਾਲ ਲੈ ਕੇ ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਮਹਾਰਾਜ ਜੀ ਨੇ ਜਾਣ ਦਾ ਫੁਰਨਾ ਬਣਾਇਆ ਜੀ। ਮਹਾਰਾਜ ਜੀ ਨੇ ਸ਼ਸਤਰ ਬਸਤਰ ਸਜਾਏ ਹੈ, ਨਗਾਰਾ ਵੱਜਿਆ। ਪਹਿਲਾਂ ਮਹਾਰਾਜ ਗਰੀਬ ਨਵਾਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਕਾਰ ਕਰਨ ਵਾਸਤੇ ਗਏ ਹਨ। ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਹੈ, ਫਿਰ ਆਪਣੇ ਮਾਤਾ ਜੀ ਨੂੰ ਮਿਲੇ ਹਨ। ਫਿਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਦਿੱਲੀ ਵੱਲ ਨੂੰ ਚਾਲਾ ਪਾਇਆ। ਬਹੁਤ ਸਾਰੀਆਂ ਫੌਜਾਂ ਜਦੋਂ ਮਹਾਰਾਜ ਘੋੜੇ 'ਤੇ ਬੈਠੇ ਆ, ਘੋੜੇ 'ਤੇ ਬੈਠਦਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਹੈ ਜੀ। ਸਤਿਗੁਰੂ ਜੀ ਦਾ ਨਾਮ ਲਿਆ। ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਵੀ ਬੇਨਤੀ ਕਰਦਾ, ਆਪਣੀ ਜ਼ਿੰਦਗੀ ਦਾ ਪੱਕਾ ਹੀ ਨੇਮ ਬਣਾ ਲਓ। ਜਦੋਂ ਵੀ ਕਿਸੇ ਗੱਡੀ ਮੋਟਰ ਵਿੱਚ ਸਵਾਰ ਹੋਣਾ ਜਾਣ ਵਾਸਤੇ, ਭਾਵੇਂ ਕਿਸੇ ਵੀ ਕੰਮ ਜਾਣਾ ਜੀ, ਕਿਸੇ ਵੀ ਕੰਮ ਜਾਣਾ, ਪਹਿਲਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣਾ ਹੈ ਜੀ। ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਇਹ ਪੱਕਾ ਹੀ ਨੇਮ ਬਣਾ ਲੈਣਾ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਘੋੜੇ 'ਤੇ ਬੈਠੇ ਆ। ਗਰੀਬ ਨਵਾਜ ਮਹਾਰਾਜ ਜੀ ਦੇ ਜਦੋਂ ਘੋੜੇ 'ਤੇ ਬੈਠੇ ਆ, ਨਗਾਰਾ ਵੱਜਿਆ, ਸੱਚੇ ਪਾਤਸ਼ਾਹ ਮਹਾਰਾਜ ਨੇ ਚਾਲਾ ਪਾਇਆ ਹੈ ਜੀ। ਬਹੁਤ ਸਾਰੀਆਂ ਸਿੱਖ ਸੰਗਤਾਂ ਸੂਰਮੇ ਯੋਧੇ ਮਹਾਰਾਜ ਜੀ ਦੇ ਨਾਲ ਜਾ ਰਹੇ ਹਨ। ਗਰੀਬ ਨਵਾਜ ਜੀ ਦੇ ਨਾਲ ਨਾਲ ਵਜ਼ੀਰ ਖਾਂ ਤੇ ਕਿੰਚ ਬੇਗ ਹੈ ਜੀ। ਘੋੜੇ ਦੜਾਉਂਦੇ ਦੜਾਉਂਦੇ 2 ਕੋਹ ਦੀ ਦੂਰੀ ਦੇ ਉੱਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਪੜਾਅ ਲਾਇਆ। ਸਭ ਫੌਜਾਂ ਸ਼ਹਿਰ 'ਚੋਂ ਨਿਕਲ ਕੇ ਉੱਥੇ ਪਹੁੰਚ ਗਈਆਂ। ਜਦੋਂ 2 ਕੋਹ ਦੀ ਦੂਰੀ 'ਤੇ ਪੜਾਅ ਲਾਇਆ, 2 ਕੋਹ ਦੀ ਦੂਰੀ 'ਤੇ ਜਿਹੜਾ ਪਿੰਡ ਸੀ ਨਾ, ਆਸੇ ਪਾਸੇ ਦੇ ਹੋਰ ਪਿੰਡ, ਉਹ ਲੋਕ ਇਕੱਠੇ ਹੋਏ ਆ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜੀ। ਤੰਬੂ ਲੱਗ ਗਿਆ, ਚੌਬਦਾਰ ਬਾਹਰ ਖਲੋ ਗਿਆ, ਸੱਚੇ ਪਾਤਸ਼ਾਹ ਜੀ ਦਾ ਆਸਣ ਲੱਗਾ। ਬਹੁਤ ਸਾਰੇ ਲੋਕ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲੱਗ ਪਏ ਜੀ। ਲੋਕ ਤਰ੍ਹਾਂ ਤਰ੍ਹਾਂ ਦੀਆਂ ਉਸ ਸਮੇਂ ਗੱਲਾਂ ਵੀ ਕਰਦੇ ਸਨ। ਹਾਂਜੀ, ਛੋਟੀ ਉਮਰ ਹੈ, ਮਹਾਰਾਜ ਨੇ ਛੋਟੀ ਜਿਹੀ ਉਮਰ ਦੇ ਬਾਲਕ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ। ਕਿਉਂ ਗੱਲਾਂ ਕਰਨ ਵਾਲੇ, ਤੁਹਾਨੂੰ ਕੱਲ੍ਹ ਵੀ ਦੱਸਿਆ, ਭੁਲੇਖਾ ਪਾਉਣ ਵਾਲੇ ਭੁਲੇਖਾ ਪਾ ਦਿੰਦੇ ਜੀ। ਚੰਗੇ ਭਲੇ ਬੰਦੇ ਦੀ ਸ਼ਰਧਾ ਵਿਗਾੜ ਦਿੰਦੇ ਜੀ। ਭੁਲੇਖਾ ਪਾਉਣ ਵਾਲੇ ਏਡੇ ਮਾੜੇ ਹੁੰਦੇ ਨੇ ਜੀ। ਪਰ ਜਿਹੜੇ ਸ਼ਰਧਾਲੂ ਹੁੰਦੇ ਆ ਨਾ ਜੀ, ਉਹ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਸ਼ਰਧਾ ਨਹੀਂ ਤੋੜਦੇ ਜੀ। ਉਹ ਨਹੀਂ ਕਿਸੇ ਦੀਆਂ ਗੱਲਾਂ ਵਿੱਚ ਆਉਂਦੇ। ਲੋਕਾਂ ਦਾ ਕੀ ਹੈ ਜੀ, ਬਹੁਤ ਸਾਰੇ ਲੋਕ ਸਤਿਗੁਰੂ ਜੀ ਦੇ ਸ਼ਰਧਾਲੂ ਪ੍ਰੇਮੀ ਮਹਾਰਾਜ ਜੀ ਨੂੰ ਨਮਸਕਾਰ ਕਰਨ ਵਾਸਤੇ ਆਏ ਜੀ। ਕਈ ਤੇ ਦਰਸ਼ਨ ਕਰਕੇ ਚਲੇ ਗਏ, ਕਈਆਂ ਫੁਰਨਾ ਬਣਾਇਆ ਵੀ ਮਹਾਰਾਜ ਨੇ ਰਾਤ ਇੱਥੇ ਰਹਿਣਾ ਤੇ ਆਪਾਂ ਰਾਤ ਗੁਰੂ ਜੀ ਦੇ ਚਰਨਾਂ ਵਿੱਚ ਹੀ ਰਹਿਣਾ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰਾਤ ਰਵਾਂਗੇ, ਸਾਡੇ ਪੁੰਨ ਵਧਣਗੇ। ਗੱਜ ਕੇ ਆਖੋ ਵਾਹਿਗੁਰੂ। ਇਹਦੇ 'ਚ ਤੇ ਕੋਈ ਸ਼ੱਕ ਨਹੀਂ ਹੈ। ਗੁਰੂ ਜੀ ਦੇ ਚਰਨਾਂ ਵਿੱਚ ਰਾਤ ਰਿਹਾ, ਪੁੰਨ ਵੱਧਦੇ ਆ ਜੀ, ਪੁੰਨ ਵੱਧਦੇ ਆ। ਕੱਲ੍ਹ ਵੀ ਬੇਨਤੀ ਕੀਤੀ, ਪੁੰਨਾਂ ਦੀ ਬੜੀ ਲੋੜ ਹੁੰਦੀ ਬੰਦੇ ਨੂੰ ਜੀ। ਜਿਉਂ ਜਿਉਂ ਤੁਹਾਡੇ ਪੁੰਨ ਬਣਦੇ ਜਾਣਗੇ, ਤਿਉਂ ਤਿਉਂ ਵੇਖਿਓ ਤੁਹਾਡੇ ਅੜੇ ਹੋਏ ਕੰਮ ਜਿਹੜੇ ਉਹ ਆਪੇ ਰਾਸ ਹੁੰਦੇ ਜਾਣਗੇ ਜੀ। ਪੁੰਨ ਕੀ ਹੁੰਦਾ ਜੀ? ਅਸੀਂ ਛੋਟੇ ਹੁੰਦੇ ਇੱਕ ਗੱਲ ਆਪਣੇ ਮਾਪਿਆਂ ਕੋਲੋਂ ਸੁਣਦੇ ਹੁੰਦੇ ਸਾਂ ਕਿ ਪਾਣੀ ਪਿਆਉਣਾ ਤੇ ਪੁੰਨ ਹੁੰਦਾ ਕਹਿੰਦੇ। ਹਾਂਜੀ, ਭਾਵ ਚੰਗਾ ਕੰਮ ਹੁੰਦਾ ਜੀ। ਪਾਣੀ ਪਿਆਉਣਾ ਪੁੰਨ ਹੁੰਦਾ ਹੈ। ਹਾਂਜੀ, ਅਤੇ ਸਭ ਤੋਂ ਵੱਡਾ ਪੁੰਨ ਪਤਾ ਕੀ ਹੁੰਦਾ ਜੀ? ਕਿਸੇ ਟੁੱਟੇ ਹੋਏ ਨੂੰ ਗੁਰੂ ਜੀ ਦੇ ਨਾਲ ਜੋੜਨਾ ਜੀ। ਇਹ ਬੜਾ ਵੱਡਾ ਪੁੰਨ ਹੈ ਜੀ। ਜੋੜਨ ਜਿੰਨਾ ਪੁੰਨ ਨਹੀਂ, ਤੋੜਨ ਜਿੰਨਾ ਪਾਪ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਤੇ ਪਾਪਾਂ ਵਿੱਚੋਂ ਇਹ ਪਾਪ ਹੈ ਵੀ ਕਿਸੇ ਨੂੰ ਗੁਰੂ ਘਰ ਨਾਲੋਂ ਤੋੜ ਦੇਣਾ ਜੀ। ਤੇ ਪੁੰਨ ਕੀ ਹੈ? ਬੜਾ ਵੱਡਾ ਪੁੰਨ ਲੱਗਦਾ ਜਦੋਂ ਆਪਾਂ ਕਿਸੇ ਨੂੰ ਗੁਰੂ ਜੀ ਦੇ ਚਰਨਾਂ 'ਚ ਜੋੜ ਦਿੰਦੇ ਹਾਂ ਜੀ। ਪਰ ਜੋੜਨ ਵਾਸਤੇ ਪਹਿਲਾਂ ਆਪ ਵੀ ਜੁੜੇ ਹੋਣੇ ਚਾਹੀਦੇ ਆ ਜੀ। ਤਨ ਮਨੋਂ ਜੁੜੇ ਹੋਣਾ ਚਾਹੀਦਾ ਬੰਦਾ, ਫੇਰ ਹੀ ਕਿਸੇ ਨੂੰ ਜੋੜੇਗਾ ਨਾ ਜੀ। ਜਿਹੜੀ ਮੋਮਬੱਤੀ ਆਪ ਹੀ ਬੁੱਝੀ ਹੈ, ਉਹ ਦੂਜੇ ਕਿਸੇ ਨੂੰ ਕਿਵੇਂ ਜਗਾ ਸਕਦੀ? ਦੂਜੀ ਮੋਮਬੱਤੀ ਨੂੰ ਕਿਵੇਂ ਜਗਾਏਗੀ?
ਦੂਜਿਆਂ ਨੂੰ ਰੌਸ਼ਨ ਕਰਨ ਵਾਸਤੇ ਆਪ ਰੌਸ਼ਨ ਹੋਣਾ ਪੈਣਾ ਜੀ। ਸਿੱਖ ਕਹਿੰਦੇ ਸਾਡੇ ਪੁੰਨ ਵਧਣਗੇ। ਕੋਸ਼ਿਸ਼ ਕਰਿਆ ਕਰੋ ਸੰਗਤ ਜੀ, ਵੱਧ ਤੋਂ ਵੱਧ ਸਾਡੇ ਪੁੰਨ ਵਧਣ ਜੀ। ਪੁੰਨਾਂ ਦੀ ਬੜੀ ਲੋੜ ਹੈਗੀ ਹੈ ਜੀ। ਹਾਂਜੀ, ਤੇ ਹੋਰ ਸੁਣ ਲਓ, ਮਹਾਰਾਜ ਬਾਣੀ 'ਚ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਤੁਸੀਂ ਬਾਣੀ ਸੁਣਦੇ ਹੋ ਨਾ, ਤੁਹਾਡੇ ਕਰੋੜਾਂ ਪੁੰਨਾਂ 'ਚ ਵਾਧਾ ਹੋ ਜਾਂਦਾ ਜੀ। ਕਰੋੜਾਂ ਪੁੰਨਾਂ 'ਚ ਵਾਧਾ ਹੋ ਜਾਂਦਾ। ਕਥਾ ਸੁਣਿਆ ਬੰਦੇ ਦੇ ਪੁੰਨ ਵੱਧ ਜਾਂਦੇ ਸੰਗਤ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉੱਥੇ ਰਹੇ ਹੈ। ਅੰਮ੍ਰਿਤ ਵੇਲੇ ਹਜੂਰ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਦੀਵਾਨ ਲੱਗਾ ਹੈ। ਤੇ ਹੁਣ ਅੱਗੋਂ ਆਪਾਂ ਪ੍ਰਸੰਗ ਸਰਵਣ ਕਰਾਂਗੇ। ਪਹਿਲਾਂ ਜਿਹੜੀ ਕੱਲ੍ਹ ਤੱਕ ਕਥਾ ਸੁਣੀ ਸੀ, ਰਾਤ ਰਹੇ ਮਹਾਰਾਜ, ਸਿੱਖ ਸੇਵਕਾਂ ਨੇ ਬੜਾ ਲੰਗਰ ਚਲਾਇਆ, ਉੱਥੇ ਫਿਰ ਰਾਤ ਸਾਰੇ ਆਰਾਮ ਕਰਦੇ ਆ। ਹੁਣ ਅੱਗੋਂ ਕਥਾ ਸੁਣੀਏ। ਸਭ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਦੋਹਰਾ। ਸ੍ਰੀ ਹਰਗੋਬਿੰਦ ਜੀ ਉਠੇ, ਕਰ ਸਭ ਸੋਚ ਇਸ਼ਨਾਨ। ਉੱਥੇ ਹੀ 2 ਕੋਹ ਦੀ ਦੂਰੀ ਤੇ ਜਿੱਥੇ ਪੜਾ ਕੀਤਾ ਜੀ, ਅੰਮ੍ਰਿਤ ਵੇਲੇ ਮਹਾਰਾਜ ਉੱਠੇ ਹੈ, ਸੋਚ ਇਸ਼ਨਾਨ ਕੀਤਾ ਹੈ। ਵਸਤਰ ਸ਼ਸਤਰ ਕੋ ਪਹਿਰ ਕਰ, ਹੋਤ ਭਏ ਸਾਵਧਾਨ। ਵਸਤਰ ਵੀ ਪਾਏ ਤੇ ਸ਼ਸਤਰ ਵੀ ਸਜਾਏ ਆ ਜੀ। ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਗਏ। ਨਿਹੰਗ ਸਿੰਘਾਂ 'ਚ ਜਦੋਂ ਹਾਲ ਚਾਲ ਪੁੱਛਦੇ ਨਾ, ਤਾਂ ਉਹ ਨਹੀਂ ਪੁੱਛਦੇ ਕੀ ਹਾਲ ਹੈ, ਇਸ ਤਰ੍ਹਾਂ ਨਹੀਂ ਪੁੱਛਦੇ। ਉਹ ਕਹਿੰਦੇ ਫੌਜਾਂ ਤਿਆਰ ਬਰ ਤਿਆਰ ਨੇ। ਤੇ ਜੇ ਤੇ ਬਿਲਕੁਲ ਤਿਆਰ ਬਰ ਤਿਆਰ ਚੜ੍ਹਦੀ ਕਲਾ ਵਿੱਚ ਹੈ, ਤੇ ਸਿੰਘ ਸਾਹਮਣੇ ਉਹ ਕਹਿੰਦੇ ਜੀ ਹਾਂ ਤਿਆਰ ਬਰ ਤਿਆਰ ਹੈ ਜੀ। ਮਹਾਰਾਜ ਤਿਆਰ ਬਰ ਤਿਆਰ ਪੂਰੇ ਹੋਏ ਜੀ। ਹਾਂਜੀ। ਚੌਪਈ। ਬਜਿਓ ਕੂਚ ਕੋ ਤਬਹਿ ਨਗਾਰਾ। ਵਜ਼ੀਰ ਖਾਂ ਹੋਣੀ ਸਾਰੇ ਤਿਆਰ ਹੋਏ, ਕੂਚ ਕਰਨ ਦਾ, ਤੁਰਨ ਦਾ ਨਗਾਰਾ ਵੱਜਿਆ ਜੀ। ਇਹ ਮਰਿਆਦਾ ਸੀਗੀ ਜੀ। ਹਾਂਜੀ, ਕਿਸੇ ਨੂੰ ਕਹਿਣਾ ਚੱਲ ਚੱਲ ਛੇਤੀ ਕਰ, ਘੋੜੇ ਤੇ ਬੈਠ। ਹੈ ਫੌਜਾਂ ਵਿੱਚ, ਨਿਹੰਗਾਂ ਸਿੰਘਾਂ ਵਿੱਚ ਅੱਜ ਵੀ ਇਹ ਕੰਮ ਨਹੀਂ ਹੈਗੇ ਜੀ। ਨਗਾਰਾ ਹੀ ਵੱਜਦਾ ਹੁੰਦਾ ਸੀਗਾ ਜੀ। ਨਗਾਰੇ ਤੋਂ ਸਮਝ ਲੈਂਦੇ ਸੀ ਵੀ ਹੁਣ ਚੱਲ ਆਇਆ। ਹਾਂਜੀ। ਕੀਨਸ ਤਿਆਰੀ ਕਰਨ ਪਧਾਰਾ। ਸਾਰੇ ਚੱਲਣ ਦੀ ਤਿਆਰੀ ਕਰ ਲਈ ਸਾਰਿਆਂ ਨੇ ਜੀ। ਤੇ ਬਾਬਾ ਬੁੱਢਾ ਜੀ ਹੋਣੀ ਨਾ ਮਹਾਰਾਜ ਜੀ ਨੂੰ ਇੱਥੋਂ ਤੱਕ ਛੱਡਣ ਆਏ ਸਨ ਜੀ। ਹਾਂਜੀ। ਬ੍ਰਿਧ ਗੁਰਦਾਸ ਮਸੰਦ ਜੇ ਬ੍ਰਿੰਦ। ਸੋ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਜਿਹੜੇ ਮੁਖੀ ਮਸੰਦ ਹਨ, ਆਏ ਨਿਕਟ ਬੰਦਤ ਕਰ ਬੰਦ। ਤੇ ਸਾਰੇ ਆਏ, ਆ ਕੇ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਮੱਥਾ ਟੇਕੇ। ਆਪਾਂ ਵੀ ਟੇਕੀਏ। ਸ੍ਰੀ ਵਾਹਿਗੁਰੂ। ਨਮਸਕਾਰ ਕਰਿਆ ਕਰੋ, ਬੜੇ ਪੁੰਨ ਵੱਧਦੇ ਆ। ਹਾਂਜੀ। ਬੈਠ ਗਏ ਚਾਹੋ ਦਿਸ਼ ਮਹਿ ਸਾਰੇ। ਸਾਰੇ 4 ਚੁਫੇਰੇ ਮਹਾਰਾਜ ਦੇ ਬੈਠ ਗਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਮਸੰਦ ਜਿਹੜੇ ਹਨ। ਸ਼੍ਰੀ ਹਰਗੋਬਿੰਦ ਬਾਕ ਉਚਾਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਨ ਲੱਗੇ ਜੀ। ਬ੍ਰਿਧ ਸਾਹਿਬ ਭਾਈ ਗੁਰਦਾਸ, ਤੁਮ ਸਿਆਨੇ ਕਰ ਬਾਚ ਆਵਾਸ। ਮਹਾਰਾਜ ਕਹਿੰਦੇ ਬਾਬਾ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਤੁਸੀਂ ਸਿਆਣੇ ਹੋ ਕਹਿਣ ਲੱਗੇ। ਸਾਡੇ ਪਿੱਛੋਂ ਘਰ ਤੁਸੀਂ ਰਹਿਣਾ ਕਹਿਣ ਲੱਗੇ। ਅਸੀਂ ਉਸ ਬੰਦੇ ਨੂੰ ਆਪਣੇ ਘਰ ਛੱਡ ਕੇ ਜਾਵਾਂਗੇ ਜਿਹਦੇ ਤੇ ਬੜਾ ਹੀ ਭਰੋਸਾ ਹੋਏਗਾ ਜੀ। ਹਾਂਜੀ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਬੜੇ ਭਰੋਸੇ ਵਾਲੇ ਨੇ। ਹਾਂਜੀ। ਹਰ ਮੰਦਰ ਕੀ ਕਰੀਏ ਸੇਵਾ। ਹਰਮੰਦਰ ਸਾਹਿਬ ਦੀ ਸੇਵਾ ਤੁਹਾਡੇ ਜਿੰਮੇ ਆ। ਪਿੱਛੋਂ ਕਹਿਣ ਲੱਗੇ ਪ੍ਰਬੰਧ ਤੁਸਾਂ ਵੇਖਣਾ ਸਾਰਾ। ਹਾਂਜੀ। ਪੂਜਨ ਕਰਹੁ ਸਦਾ ਗੁਰਦੇਵਾ। ਸਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪੂਜਾ ਕਰਨੀ ਹੈ। ਸਦਾ ਹੀ ਗੁਰੂ ਜੀ ਦੇ ਚਰਨਾਂ ਵਿੱਚ ਉੱਥੇ ਤੁਸੀਂ ਰਹਿਣਾ। ਹਾਂਜੀ। ਸਿੱਖ ਸੰਗਤ ਆਵਤ ਜਿਮ ਆਗੇ, ਸਰਬ ਰੀਤ ਕਰ ਤਿਮ ਵੱਡ ਭਾਗੇ। ਸੰਗਤਾਂ ਨੂੰ ਤੁਸੀਂ ਮਿਲਣਾ ਹੈ। ਹੁਣ ਵੇਖੋ ਨਾ ਜੀ, ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਣਾ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਲੀ ਗਏ ਹੋਣਾ ਜੀ, ਤੇ ਪਿੱਛੇ ਕੋਈ ਤੇ ਚਾਹੀਦਾ ਨਾ ਜਿਹੜਾ ਗੱਲਬਾਤ ਕਰੇ ਜੀ।
ਤੇ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਣ ਵਾਸਤੇ ਗਏ ਸਨ ਇਕਾਂਤ ਵਿੱਚ, ਤੇ ਦਰਬਾਰ ਸਾਹਿਬ ਡਿਊਟੀ ਬਾਬਾ ਬੁੱਢਾ ਜੀ ਦੀ ਲਾਈ ਸੀਗੀ ਜੀ। ਬਾਬਾ ਜੀ ਤੁਸੀਂ ਸੰਗਤਾਂ ਨੂੰ ਮਿਲਣਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜਾ ਰਹੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਬਾਬਾ ਜੀ ਦੀ ਡਿਊਟੀ ਲਾ ਰਹੇ ਆ। ਬਾਬਾ ਜੀ ਸੰਗਤ ਨਾਲ ਤੁਸਾਂ ਮਿਲਣਾ ਗਿਲਣਾ। ਹਾਂਜੀ, ਕਾਰ ਦੇਗ ਕੀ ਤਥਾ ਚਲਾਵਹੋ। ਫਿਰ ਲੰਗਰ ਉਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਕਹਿਣ ਲੱਗੇ। ਹਾਂਜੀ, ਅਪਰ ਸਰਬ ਕਾਰਜ ਸੁਧਰਾਵਹੋ। ਬਾਕੀ ਸਭ ਕਾਰਜ ਜਿਹੜੇ ਆ ਉਹ ਵੀ ਉਸੇ ਤਰ੍ਹਾਂ ਹੀ ਕਰਨੇ ਆ। ਹਾਂਜੀ, ਕਿਤਕ ਸੁਭਟ ਰਹਿ ਸੰਗ ਤੁਮਾਰੇ। ਕੁਝ ਸੂਰਮੇ ਅਸੀਂ ਲੈ ਕੇ ਚੱਲੇ ਆ ਤੇ ਬਾਬਾ ਜੀ ਕੁਝ ਸੂਰਮੇ ਤੁਹਾਨੂੰ ਦੇ ਕੇ ਚੱਲੇ ਆ ਕਹਿਣ ਲੱਗੇ। ਤੁਹਾਡੇ ਲਾਗੇ ਰਹਿਣਗੇ, ਪਹਿਰੇਦਾਰ ਵੀ ਚਾਹੀਦੇ ਆ ਨਾ ਜੀ। ਦਾਸ ਬ੍ਰਿੰਦ ਹੋਵਹਿ ਅਨੁਸਾਰੇ। ਇਹ ਸਭ ਤੁਹਾਡੇ ਅਧੀਨ ਚੱਲਣਗੇ। ਚੇਤਾ ਰੱਖਿਓ, ਗੁਰੂ ਘਰ ਵਿੱਚ ਗੁਰੂਆਂ ਵਾਲੀ ਥਾਂ ਤੇ ਜੇ ਕੋਈ ਸਿੱਖ ਬੈਠੇ ਤੇ ਬਾਬਾ ਬੁੱਢਾ ਜੀ ਬੈਠੇ ਜੀ। ਗੱਜ ਕੇ ਕਹਿ ਦਿਓ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਨੂੰ ਧੰਨ ਧੰਨ ਕਿਹਾ ਵੀ ਬੜਾ ਕੁਝ ਮਿਲਦਾ ਜੇ। ਫਿਰ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ। ਗੁਰੂ ਘਰ ਵਿੱਚ ਸਿੱਖ ਹੋ ਕੇ ਗੁਰੂਆਂ ਵਾਲੇ ਜੇ ਕਿਸੇ ਨੇ ਕੰਮ ਕੀਤੇ ਤੇ ਬਾਬਾ ਬੁੱਢਾ ਜੀ ਨੇ ਕੀਤੇ ਜੀ। ਬਾਬਾ ਜੀ ਸਿੱਖ ਸਾਰੇ ਤੁਹਾਨੂੰ ਦੇ ਕੇ ਚੱਲੇ ਆ ਅਸੀਂ। ਹਾਂਜੀ, ਸਦਾ ਪ੍ਰਸੰਨ ਮਾਤ ਕੋ ਰੱਖੋ। ਸਾਡੇ ਮਾਤਾ ਜੀ ਦਾ ਵੀ ਧਿਆਨ ਰੱਖਣਾ ਕਹਿਣ ਲੱਗੇ। ਹਾਂਜੀ, ਹਮਰੀ ਦਿਸ਼ ਤੇ ਆਛੇ ਭਖ ਹੋ। ਤੇ ਸਾਡੀ ਤਰਫੋਂ ਸਦਾ ਹੀ ਕਹਿਣਾ ਵੀ ਉਹ ਚੜ੍ਹਦੀ ਕਲਾ ਵਿੱਚ ਨੇ, ਚੜ੍ਹਦੀ ਕਲਾ ਵਾਲੇ ਬਚਨ ਕਰਨੇ ਆ। ਹਾਂਜੀ, ਸੰਮਤ ਹੋਏ ਕਾਰ ਕੋ ਕਰੀਐ। ਸਭ ਦਿਸ਼ ਸਾਵਧਾਨਤਾ ਧਰੀਐ। ਮਾਤਾ ਜੀ ਦੀ ਸਲਾਹ ਲੈਂਦੇ ਰਹੋ ਕਹਿਣ ਲੱਗੇ। ਸਲਾਹ ਲੈਂਦੇ ਰਹੋ, ਹਰ ਪਾਸੇ ਸਾਵਧਾਨਤਾ ਦੇ ਨਾਲ ਕਾਰਜ ਕਰਨੇ ਆ। ਜ਼ਿੰਮੇਵਾਰ ਬੰਦੇ ਅੱਜ ਹੈ ਹੀ ਥੋੜੇ ਨੇ ਜੀ। ਚੌਧਰੀ ਬੜੇ ਜੀ, ਕੜਮ ਚੌਧਰੀ ਬੜੇ ਨੇ ਜੀ। ਹਾਂਜੀ, ਕੜਮ ਚੌਧਰੀਆਂ ਦੀ ਨਹੀਂ ਕਮੀ ਹੈਗੀ ਜੀ, ਜ਼ਿੰਮੇਵਾਰ ਪੁਰਸ਼ਾਂ ਦੀ ਕਮੀ ਹੈਗੀ ਜੀ। ਬਾਬਾ ਬੁੱਢਾ ਸਾਹਿਬ ਜੀ ਬੜੇ ਜ਼ਿੰਮੇਵਾਰ ਨੇ ਜੀ। ਹਾਂਜੀ, ਇਮ ਬ੍ਰਿਧ ਕੋ ਸਭ ਸੌਂਪ ਸਮਾਜਾ। ਇਸ ਤਰੀਕੇ ਨਾਲ ਬਾਬਾ ਬੁੱਢਾ ਜੀ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ ਮਹਾਰਾਜ ਨੇ। ਚਾਹਿਓ ਚੜਨ ਗਰੀਬ ਨਿਵਾਜਾ। ਤੇ ਹੁਣ ਗਰੀਬ ਨਵਾਜ 6ਵੇਂ ਪਾਤਸ਼ਾਹ ਘੋੜੇ ਤੇ ਚੜਨ ਲੱਗੇ ਆ ਜੀ। ਪੁਰਜਨ ਅਰ ਸਿੱਖ ਸੇਵਕ ਸਾਰੇ। ਉਹ ਲਾਗੇ ਲਾਗੇ ਪਿੰਡਾਂ ਦੇ ਲੋਕ ਆ ਗਏ ਜੀ। ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਸਤਿਗੁਰੂ ਜੀ ਚੱਲੇ ਨੇ, ਤੇ ਲਾਗੇ ਲਾਗੇ ਪਿੰਡਾਂ ਦੇ ਲੋਕ ਸਾਰੇ ਆ ਗਏ, ਸੇਵਕ ਆ ਗਏ। ਮਹਾਰਾਜ ਸਾਡੇ ਤੇ ਵੀ ਰਹਿਮਤਾਂ ਕਰੋ, ਸਾਡੇ ਤੇ ਵੀ ਬਖਸ਼ਿਸ਼ਾਂ ਕਰੋ। ਹਾਂਜੀ, ਸਭ ਪਰ ਕਰੁਣਾ ਦ੍ਰਿਸ਼ਟ ਨਿਹਾਰੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦਾ ਨਾਮ ਲਿਆ ਜੰਮ ਭੱਜ ਜਾਂਦੇ ਆ। ਐਸੇ ਗੁਰੂ ਹਰਗੋਬਿੰਦ ਸਾਹਿਬ ਨੇ ਸਭਨਾਂ ਤੇ ਮਿਹਰ ਦੀ ਦ੍ਰਿਸ਼ਟੀ ਕੀਤੀ ਜੀ। ਫਿਰ ਜੀ ਜਿੰਨੇ ਆਏ ਸੀਗੇ, ਹਾਂ, ਦੇ ਕਰ ਖੁਸ਼ੀ ਭਏ ਅਸਵਾਰ। ਕਰ ਕੈ ਜਥਾ ਜੋਗ ਸਭ ਕਾਰ। ਸਾਰਿਆਂ ਨੂੰ ਖੁਸ਼ ਕਰਕੇ ਰਹਿਮਤਾਂ ਵਰਸਾ ਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਗਏ ਜੀ। ਹਾਂਜੀ, ਖਾਂ ਵਜ਼ੀਰ ਕੋ ਸੰਗ ਮਿਲਾਏ। ਮਾਰਗ ਦਿੱਲੀ ਤਬਹਿ ਸਿਧਾਏ। ਤੇ ਗਰੀਬ ਨਵਾਜ ਵਜ਼ੀਰ ਖਾਨ ਨੂੰ ਨਾਲ ਲੈ ਕੇ ਹੁਣ ਦਿੱਲੀ ਦੇ ਰਸਤੇ ਪੈ ਰਹੇ। ਤੇ ਮਹਾਰਾਜ ਨੇ ਪਹਿਲਾਂ ਹੀ ਕਿਹਾ ਸੀ ਕਿ ਪਹਿਲੇ ਦਿਨ ਕਰਾਂਗੇ 2 ਕੋਹ ਤੇ ਪੜਾ, ਫਿਰ ਸਿੱਧਾ ਦਿੱਲੀ ਜਾਣਾ ਮਹਾਰਾਜ ਨੇ ਕਿਹਾ ਸੀਗਾ। ਹਾਂਜੀ, ਆਗੇ ਬਾਜਤ ਚਲਹਿ ਨਗਾਰਾ। ਭਾਵ ਲੰਮਾ ਸਫ਼ਰ ਤੈਅ ਕਰਨਾ, ਲੰਮਾ ਸਫ਼ਰ। ਤੇ ਹੁਣ ਅੱਗੇ ਅੱਗੇ ਨਗਾਰਾ ਵੱਜ ਰਿਹਾ ਜੀ। ਹਾਂਜੀ, ਭਾਟ ਨਕੀਬਨ ਸੁਜਸ ਉਚਾਰਾ। ਨਕੀਬ ਬੋਲਦੇ ਪਿੰਡਾਂ ਵਿੱਚੋਂ ਜਦੋਂ ਮਹਾਰਾਜ ਲੰਘਦੇ ਨਾ, ਉਦੋਂ ਕਿਹੜੀਆਂ ਵੱਡੇ ਰੋਡ ਬਣੇ ਸੀ, ਪਿੰਡਾਂ ਦੀਆਂ ਸੜਕਾਂ ਹੁੰਦੀਆਂ ਸੀਗੀਆਂ। ਨਕੀਬ ਬੋਲਦੇ ਭਾਈ ਸਾਵਧਾਨ ਹੋ ਜਾਓ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਲੰਘ ਰਹੇ ਹਨ। ਜਿਸ ਮਗ ਜਗ ਗੁਰ ਕਰਤ ਪਿਆਨਾ। ਸਾਧ ਸੰਗਤ ਜੀ, ਜਿਸ ਰਸਤੇ ਚੋਂ ਵੀ ਜਗਤ ਗੁਰੂ ਸਤਿਗੁਰੂ
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਲੰਘਦੇ ਹਨ। ਸੁਨਹਿ ਨਾਰ ਨਰ ਜੋ ਸੁਧ ਕਾਨਾ। ਤੇ ਜਿਸ ਨੂੰ ਵੀ ਪਤਾ ਲੱਗਦਾ ਹੈ ਵੀ ਇਧਰੋਂ ਸਤਿਗੁਰਾਂ ਨੇ ਲੰਘਣਾ ਹੈ, ਜਥਾ ਸ਼ਕਤ ਲੈ ਤੁਰਤ ਉਪਾਇ ਨਾ। ਤੇ ਫਿਰ ਕਿਸੇ ਕੋਲੋਂ ਜੋ ਸਰਦਾ ਪੁੱਜਦਾ ਸੀ ਨਾ, ਕੋਈ ਟਕਾ ਕੋਈ ਕੁਛ, ਉਹ ਲੈ ਕੇ ਰਸਤੇ 'ਚ ਪਹਿਲਾਂ ਹੀ ਖਲੋ ਜਾਂਦਾ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਪੂਜਹਿ ਆਨ ਗੁਰੂ ਕੇ ਪਾਏ ਨਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਪੂਜਾ ਕਰਦੇ ਜੀ, ਪੂਜਾ। ਕਿਰਪਾ ਦ੍ਰਿਸ਼ਟ ਕਰ ਚਲਤ ਅਗੇਰੇ। ਮੇਰ ਦੀ ਦ੍ਰਿਸ਼ਟੀ ਕਰਦੇ ਮਹਾਰਾਜ ਉਹਨਾਂ ਤੇ, ਫਿਰ ਅੱਗੇ ਚੱਲ ਪੈਂਦੇ ਜੀ। ਹਾਂਜੀ। ਜਹ ਕਰ ਡੇਰਾ ਹੇਤ ਬਸੇਰੇ। ਫਿਰ ਸੰਗਤ ਜੀ ਜਿੱਥੇ ਕੋਈ ਬਹੁਤ ਖਿੱਚ ਕਰਦਾ ਨਾ, ਉੱਥੇ ਥੋੜੇ ਜਿਹੇ ਸਮੇਂ ਲਈ ਮਹਾਰਾਜ ਡੇਰਾ ਕਰਦੇ ਜੀ। ਹਾਂਜੀ। ਤਹ ਤੇ ਆਏ ਦਰਸ ਕੋ ਕਰਾਂ। ਤੇ ਜਿੱਥੇ ਡੇਰਾ ਲਾ ਲੈਂਦੇ, ਉੱਥੇ ਮੱਥਾ ਟੇਕਣ ਵਾਲਿਆਂ ਦੀਆਂ ਭੀੜਾਂ ਲੱਗ ਜਾਂਦੀਆਂ ਜੀ। ਹਾਂਜੀ। ਉਰਹਿ ਕਾਮਨਾ ਜੋ ਉਰ ਧਰੈ। ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਕੋਈ ਜੋ ਭਾਵਨਾ ਰੱਖਦਾ, ਉਹਦੀ ਉਹ ਭਾਵਨਾ ਪੂਰੀ ਹੋ ਜਾਂਦੀ ਜੀ। ਇੱਕ ਵਾਰੀ ਗੱਜ ਕੇ ਆਖੋ ਸਾਰੇ, ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਹੁਣ ਵੇਖੋ ਕਈ ਦੂਰ ਦੂਰ ਪਿੰਡਾਂ ਦੇ, ਕਿਉਂ ਰਸਤੇ 'ਚ ਕੁਰਕਸ਼ੇਤਰ ਆਉਣਾ, ਕਰਨਾਲ ਆਉਣਾ, ਹਰਿਆਣਾ ਆਉਣਾ, ਸੋਨੀਪਤ ਆਉਣਾ, ਪਾਣੀਪਤ ਆਉਣਾ, ਤੇ ਫਿਰ ਜਾ ਕੇ ਦਿੱਲੀ ਆਉਣੀ ਹੈ ਜੀ। ਤੇ ਤੁਸੀਂ ਅੰਦਾਜ਼ਾ ਲਾਓ ਵੀ ਕਈ ਬੰਦਿਆਂ ਦੀ ਕਿਸਮਤ 'ਚ ਜਿਨ੍ਹਾਂ ਦੇ ਦਰਸ਼ਨ ਨਹੀਂ ਸੀ ਹੈਗੇ, ਜਦੋਂ ਮਹਾਰਾਜ ਲੰਘੇ ਉਹਨਾਂ ਦੇ ਵੀ ਭਾਗ ਖੁੱਲ੍ਹ ਗਏ ਜੀ। ਉਹਨਾਂ ਵੀ ਸਤਿਗੁਰਾਂ ਦੇ ਦਰਸ਼ਨ ਕਰ ਲਏ ਜੀ। ਹਾਂਜੀ। ਹੋਤ ਪ੍ਰਭਾਤ ਗਮਨ ਕੋ ਠਾਨੈ। ਹਾਂਜੀ। ਸੈਨ ਪਟਨ ਕੀ ਸਾਥ ਪਿਆਨੈ। ਸੋ ਜਿੱਥੇ ਰਸਤੇ 'ਚ ਰਾਤ ਪੈਂਦੀ ਹੈ, ਮਹਾਰਾਜ ਪੜਾਅ ਕਰਦੇ ਆ, ਫਿਰ ਸੈਨਾ ਅੰਮ੍ਰਿਤ ਵੇਲੇ ਮਹਾਰਾਜ ਚੜ੍ਹਾਈ ਕਰ ਦਿੰਦੇ ਆ, ਤੁਰ ਪੈਂਦੇ ਆ, ਪਿੱਛੇ ਪਿੱਛੇ ਫੌਜਾਂ ਆਉਂਦੀਆਂ ਨੇ। ਮਗ ਮਹਿ ਖੇਲਤ ਕਰਹਿ ਅਖੇਰੇ। ਵਾਹ ਜੀ ਵਾਹ। ਗੱਜ ਕੇ ਆਖੋ ਵਾਹਿਗੁਰੂ। ਹੁਣ ਜੇ ਵੇਖੀਏ ਅੰਮ੍ਰਿਤਸਰ ਤੋਂ ਦਿੱਲੀ ਇੰਨੇ ਅਸਥਾਨ ਨਹੀਂ ਬਣੇ ਜੀ, ਪਰ ਅਸਥਾਨ ਕਈ ਹੋਣਗੇ। ਰਸਤੇ ਵਿੱਚ ਮਹਾਰਾਜ ਸ਼ਿਕਾਰ ਵੀ ਖੇਡਦੇ ਜਾਂਦੇ ਆ, ਰਸਤੇ 'ਚ ਲੰਗਰ ਵੀ ਲੱਗਦੇ ਆ, ਜਲ ਪਾਣੀ ਵੀ ਛਕਦੇ ਆ, ਤੇ ਸ਼ਿਕਾਰ ਵੀ ਖੇਡਦੇ ਆ ਮਹਾਰਾਜ। ਹਾਂਜੀ। ਬਾਜ ਕੁਹੀ ਸ਼ਿਕਰੇ ਸੋ ਬਡੇਰੇ। ਬੜੇ ਬੜੇ ਬਾਜ, ਕੁਈਆਂ, ਸ਼ਿਕਰੇ ਵੱਡੇ ਵੱਡੇ ਮਹਾਰਾਜ ਨੇ ਫੜੇ ਜੀ। ਜੰਗਲ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਕਿਹੋ ਜਿਹੇ ਜਾਨਵਰ ਸਾਹਮਣੇ ਆ ਜਾਂਦੇ। ਬਨ ਕੇ ਜੀਵ ਉਧਾਰਤ ਜਾਤੇ। ਆਖੋ ਵਾਹਿਗੁਰੂ। ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਦਿੱਲੀ ਜਾਂਦਿਆਂ ਜਾਂਦਿਆਂ ਰਸਤੇ 'ਚ ਪਤਾ ਨਹੀਂ ਕਿੰਨੇ ਕੁ ਜੰਗਲ ਦੇ ਜੀਵਾਂ ਦਾ ਵੀ ਮਹਾਰਾਜ ਨੇ ਉਧਾਰ ਕਰ ਦਿੱਤਾ ਜੀ। ਹਾਂਜੀ। ਜਿਹੜਾ ਮਹਾਰਾਜ ਦੇ ਤੀਰ ਨਾਲ ਮਰਦਾ ਹੋਏਗਾ, ਉਹ ਕਿੱਥੇ ਜਾਂਦਾ ਹੋਏਗਾ? ਸਿੱਧਾ ਸੱਚਖੰਡ ਹੀ ਜਾਂਦਾ ਹੋਏਗਾ, ਜਾਂ ਮਨੁੱਖਾ ਸਰੀਰ ਮਿਲ ਜਾਂਦਾ ਹੋਏਗਾ ਉਹਨੂੰ ਜੀ। ਪੂਰਬ ਵੱਡੇ ਭਾਗ ਜਿਨ ਜਾਤੇ। ਵਾਹ ਵਾਹ। ਕਹਿੰਦੇ ਵੱਡੇ ਭਾਗਾਂ ਵਾਲੇ ਹੀ ਸਨ ਉਹ ਜੀਵ ਜੰਗਲ ਦੇ, ਜਿਨ੍ਹਾਂ ਦਾ ਸਤਿਗੁਰੂ ਜੀ ਸ਼ਿਕਾਰ ਕਰਦੇ ਸਨ ਜੀ। ਕਿਉਂ ਵੇਖੋ ਨਾ ਜੀ, ਗੁਰੂ ਸਾਹਿਬ ਨੇ ਜੇ ਕਿਸੇ ਨੂੰ ਤੀਰ ਮਾਰਨਾ ਤੇ ਐਵੇਂ ਨਹੀਂ ਮਾਰਨਾ ਜੀ, ਉਹਦਾ ਅਗਲਾ ਪਿਛਲਾ ਸਭ ਜਨਮਾਂ ਦਾ ਹਿਸਾਬ ਵੇਖ ਕੇ ਨਾ ਸਤਿਗੁਰਾਂ ਨੇ ਫਿਰ ਤੀਰ ਮਾਰਨਾ ਜੀ ਉਹਨੂੰ ਜੀ। ਤੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਜਨਮਾਂ ਦਾ ਕੋਈ ਵਿਛੜਿਆ ਹੁੰਦਾ ਜੀ, ਤੇ ਮਹਾਰਾਜ ਉਹਦਾ ਉਧਾਰ ਕਰਦੇ ਜੀ। ਹਾਂਜੀ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਾਲਵੇ 'ਚ ਜਾਂਦਾ ਹੈ ਜੀ, ਭਾਈ ਪਰਮ ਸਿੰਘ ਧਰਮ ਸਿੰਘ ਮਹਾਰਾਜ ਦੇ ਨਾਲ ਜੀ। ਮਹਾਰਾਜ ਧਰਮ ਸਿੰਘ ਜੀ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਰੁੱਖ ਤੇ ਚੜ੍ਹ, ਰੁੱਖ ਤੇ ਚੜ੍ਹ, ਤੇ ਉੱਤੇ ਆਲਣਾ ਹੀ, ਆਲਣੇ 'ਚ 3-4 ਬੋਟ ਬੈਠੇ ਆ, ਤੇ ਜਦੋਂ ਤੂੰ ਇੱਕ ਬੋਟ ਵੱਲ ਵੇਖੇਗਾ ਨਾ, ਵਾਹਿਗੁਰੂ, ਜਦੋਂ ਤੂੰ ਉਹਨਾਂ ਬੋਟਾਂ ਵੱਲ ਵੇਖੇਗਾ, ਇੱਕ ਬੋਟ ਤੇਰੇ ਵੱਲ ਵੇਖ ਕੇ ਮੂੰਹ ਟੱਡੇਗਾ, ਜਿਹੜਾ ਮੂੰਹ ਟੱਡੇਗਾ ਨਾ ਉਹਦੀ ਤੌਣ ਮਰੋੜ ਕੇ ਥੱਲੇ ਸੁੱਟ ਦੀ ਕਹਿਣ ਲੱਗੇ। ਉਹ ਇਸੇ ਤਰ੍ਹਾਂ ਹੀ ਹੋਇਆ ਜੀ। ਉਹ ਜਦੋਂ ਰੁੱਖ ਤੇ ਚੜ੍ਹੇ ਤੇ ਇੱਕ ਬੋਟ ਨੇ ਭਾਈ ਸਾਹਿਬ ਵੱਲ ਵੇਖ ਕੇ ਮੂੰਹ ਟੱਡਿਆ, ਭਾਈ ਸਾਹਿਬ ਨੇ ਤੌਣ ਮਰੋੜ ਕੇ ਥੱਲੇ ਸੁੱਟਤਾ ਜੀ। ਫਿਰ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤੇ ਦਿਆਲੂ ਕਿਰਪਾਲੂ। ਮਹਾਰਾਜ ਕਹਿੰਦੇ ਸੁਣੋ,
ਇਹ ਪਿਛਲੇ ਜਨਮਾਂ ਦਾ ਸਾਡਾ ਸਿੱਖ ਸੀਗਾ, ਕਹਿਣ ਲੱਗੇ ਪਿਛਲੇ ਜਨਮਾਂ ਦਾ ਸਿੱਖ ਸੀਗਾ। ਤੇ ਕਾਂ ਕਾਂ ਬੜੀ ਕਰਦਾ ਹੁੰਦਾ ਸੀ, ਕਾਂ ਦੀ ਤਰ੍ਹਾਂ ਬੋਲਦਾ ਬੜਾ ਹੁੰਦਾ ਸੀ। ਮਹਾਰਾਜ ਕਹਿੰਦੇ ਇੱਕ ਕਮਾਈ ਵਾਲਾ ਸਿੱਖ ਆਇਆ, ਉਹਨੂੰ ਮਾੜਾ ਬੋਲਿਆ, ਰਗੜਿਆ ਗਿਆ। ਇਹ ਕਹਿਣ ਲੱਗੇ ਉਹਨੇ ਇਹਨੂੰ ਬੋਲਤਾ, ਤੀਰ ਚੱਲ ਗਿਆ, ਹੁਣ ਇਹ ਜਨਮ ਮਿਲਿਆ। ਕਹਿਣ ਲੱਗੇ ਫਿਰ ਵੀ ਸਿੱਖ ਤੇ ਸਾਡਾ ਹੀ ਸੀ ਨਾ, ਇਸ ਕਰਕੇ ਇਹਦਾ ਉਧਾਰ ਕਰਨਾ ਸਾਡੀ ਜ਼ਿੰਮੇਵਾਰੀ ਸੀ। ਮਹਾਰਾਜ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਅੱਗੇ ਜਾ ਕੇ ਦਿੱਲੀ ਮਹਾਰਾਜ ਨੇ ਸ਼ੇਰ ਦਾ ਸ਼ਿਕਾਰ ਕਰਨਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਤੇ ਤੁਸੀਂ ਆਪ ਸੁਣਿਓ ਕਥਾ, ਉਹ ਸ਼ੇਰ ਦੀ ਕਥਾ ਸਾਰੀ ਆਏਗੀ ਵੀ ਸ਼ੇਰ ਕਿਹੜਾ ਸੀਗਾ ਜੀ ਉਹ ਜੀ। ਮਹਾਰਾਜ ਐਵੇਂ ਨਹੀਂ ਕਿਸੇ ਨੂੰ ਤੀਰ ਮਾਰਦੇ, ਤਲਵਾਰ ਮਾਰਦੇ, ਕਿਸੇ ਜਾਨਵਰ ਨੂੰ ਉਹਨਾਂ ਦੇ ਪਿਛਲੇ ਜਨਮ ਵੇਖ ਕੇ ਮਾਰਦੇ ਵੀ ਹੁਣ ਇਹਨਾਂ ਦਾ ਉਧਾਰ ਕਰ ਦਈਏ। ਹਾਂਜੀ, ਅਨੇਕ ਬਿਲਾਸਨ ਕੋ ਬਿਲਸੰਤੇ। ਇਸ ਕਰਕੇ ਅਨੇਕ ਤਰ੍ਹਾਂ ਦੇ ਬਿਲਾਸ ਕਰਦੇ, ਖੁਸ਼ੀਆਂ ਦੇ ਕਾਰਜ ਕਰਦੇ। ਪੰਥ ਬਿਖੈ ਗਮਨਤ ਹਰ ਖੰਤੇ। ਬੜੀ ਖੁਸ਼ੀ ਖੁਸ਼ੀ ਸੱਚੇ ਪਾਤਸ਼ਾਹ ਮਹਾਰਾਜ ਅਗਲੇ ਰਾਹ ਜਾ ਰਹੇ ਆ ਜੀ। ਖਾਂ ਵਜ਼ੀਰ ਨਿਜ ਸੁਪਟਨ ਸਾਥ। ਵਜ਼ੀਰ ਖਾਂ ਵੀ ਆਪਣੀ ਫੌਜਾਂ ਦੇ ਨਾਲ ਨਾਲ ਮਹਾਰਾਜ ਜੀ ਦੇ ਨਾਲ ਹੈ। ਚਲਤ ਸੰਗ ਨਿਤ ਸ਼੍ਰੀ ਗੁਰਨਾਥ। ਤੇ ਵਜ਼ੀਰ ਖਾਂ ਨਾ ਆਪਣੇ ਆਪ ਨੂੰ ਬਹੁਤੇ ਹੀ ਵੱਡੇ ਭਾਗਾਂ ਵਾਲਾ ਸਮਝ ਰਿਹਾ ਵੀ ਚਲੋ ਕਿਸੇ ਬਹਾਨੇ ਹੀ ਸਹੀ ਮੈਨੂੰ ਇੰਨੇ ਦਿਨ ਮਹਾਰਾਜ ਦੇ ਨਾਲ ਰਹਿਣ ਦਾ ਮੌਕਾ ਮਿਲ ਰਿਹਾ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਮੈਂ ਤੁਹਾਨੂੰ ਸੱਚ ਦੱਸਦਾ, ਜਿੰਨੇ ਔਗੁਣਾਂ ਦਾ ਮੈਂ ਭਰਿਆ ਹੋਇਆ, ਸਾਡੇ ਵਰਗਿਆਂ ਦੀ ਹਿੰਮਤ ਹੀ ਨਹੀਂ ਹੈਗੀ। ਗੁਰੂ ਹਰਗੋਬਿੰਦ ਸਾਹਿਬ ਬੈਠੇ ਹੋਣ ਤੇ ਮਹਾਰਾਜ ਦੇ ਪਲੰਘੇ ਲਾਗੇ ਚਲੇ ਗਏ ਜੀ। ਉਹ ਤੇ ਬੜਾ ਤੇਜ ਪ੍ਰਤਾਪ ਹੈ ਜੀ, ਸਾਡੀ ਕਿੱਥੋਂ ਇੰਨੀ ਹਿੰਮਤ ਹੈਗੀ। ਵਜ਼ੀਰ ਖਾਨ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝੇ, ਭਾਵੇਂ ਕਿਸੇ ਬਹਾਨੇ ਹੀ ਸਹੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਨਾਲ ਰਹਿਣ ਦਾ ਤੇ ਮੌਕਾ ਮਿਲ ਰਿਹਾ ਨਾ। ਹਾਂਜੀ, ਅਨਿਕ ਰੀਤ ਤੇ ਗੁਰੂ ਰਿਝਾਵੈ। ਫਿਰ ਵਜ਼ੀਰ ਖਾਨ ਸੇਵਾ ਵੀ ਬੜੀ ਕਰਦਾ ਰਸਤੇ ਵਿੱਚ ਦੀ। ਹਾਂਜੀ, ਸ਼ਾਹੁਨ ਕੇ ਸੋ ਪ੍ਰਸੰਗ ਚਲਾਵੈ। ਕਿਤੇ ਕਿਤੇ ਬਾਦਸ਼ਾਹ ਦੀ ਵੀ ਗੱਲ ਸ਼ੁਰੂ ਹੋ ਜਾਂਦੀ ਹੈ ਜੀ। ਹਾਂਜੀ, ਸੰਗ ਅਖੇਰ ਬ੍ਰਿਤ ਕੋ ਕਰੈ। ਤੇ ਜਦੋਂ ਵਜ਼ੀਰ ਖਾਂ ਵੇਖਦਾ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੀਰ ਚਲਾਉਂਦਿਆਂ, ਨੇਜਾ ਚਲਾਉਂਦਿਆਂ, ਸ਼ਿਕਾਰ ਖੇਡਦਿਆਂ ਵੇਖਦਾ, ਵਜ਼ੀਰ ਖਾਂ ਵੀ ਹੈਰਾਨ ਹੋ ਜਾਂਦਾ ਜੀ। ਇੰਨਾ ਫੁਰਤੀਲਾ ਸਰੀਰ ਸਤਿਗੁਰੂ ਜੀ ਦਾ। ਉਹ ਵੀ ਫਿਰ ਨਾਲ ਨਾਲ ਸ਼ਿਕਾਰ ਖੇਡਦਾ ਜੀ। ਹਾਂਜੀ, ਜਿਮ ਗੁਰ ਹਰ ਕਹਿ ਤਿਮ ਉਰ ਧਰੈ। ਜਿਵੇਂ ਮਹਾਰਾਜ ਖੁਸ਼ ਹੋਣ ਵਜ਼ੀਰ ਖਾਨ ਉਹ ਕੰਮ ਕਰਦਾ ਜੀ। ਹਾਂਜੀ, ਮధుਰ ਬਚਨ ਤੇ ਬਹੁ ਸਨਮਾਨੈ। ਬੜੇ ਮਿੱਠੇ ਮਿੱਠੇ ਬੋਲ ਬੋਲ ਕੇ ਵਜ਼ੀਰ ਖਾਨ ਸੱਚੇ ਪਾਤਸ਼ਾਹ ਜੀ ਨੂੰ ਖੁਸ਼ ਕਰਨ ਦਾ ਯਤਨ ਕਰਦਾ ਹੈ ਜੀ। ਹਾਂਜੀ, ਬੈਠੈ ਨਿਕਟ ਪ੍ਰੇਮ ਕੋ ਠਾਨੈ। ਤੇ ਜਿੱਥੇ ਰਸਤੇ 'ਚ ਮਹਾਰਾਜ ਬੈਠਦੇ ਐ, ਵਜ਼ੀਰ ਖਾਂ ਬੜੇ ਪ੍ਰੇਮ ਨਾਲ ਬੈਠਦਾ, ਮਹਾਰਾਜ ਜੀ ਦੇ ਦਰਸ਼ਨ ਕਰਦਾ। ਹਾਂਜੀ, ਜਿਤ ਕਿਤ ਕੇ ਨਰ ਪੂਜੈ ਗੁਰ ਕੋ। ਉਹ ਫਿਰ ਪੰਜਾਬ ਤੋਂ ਬਾਹਰ ਜਦੋਂ ਮਹਾਰਾਜ ਨਿਕਲੇ, ਗੱਜ ਕੇ ਆਖੋ ਵਾਹਿਗੁਰੂ। ਗਾਂ ਹਰਿਆਣਾ ਹੈ, ਕਈ ਤਰ੍ਹਾਂ ਦੇ ਨਗਰ ਆਉਣੇ ਆ ਜੀ। ਉਹ ਜਦੋਂ ਸੁਣਦੇ ਆ ਕਿ ਮਹਾਰਾਜ ਗਰੀਬ ਨਵਾਜ ਆਏ ਹੈ, ਤੇ ਕਈ ਹਿੰਦੂ ਵੀਰ ਵੀ ਨੇ ਜੀ। ਹਾਂਜੀ, ਉਹ ਫਿਰ ਨਾ ਥਾਲ ਸਜਾ ਕੇ ਤੇ ਵਿੱਚ ਜੋਤ ਰੱਖ ਕੇ ਲੈ ਕੇ ਆਉਂਦੇ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਪੂਜਾ ਵੀ ਕਰਦੇ ਆ ਜੀ। ਕਿਉਂ? ਉਹਨਾਂ ਦਾ ਆਪਣਾ ਤਰੀਕਾ ਪੂਜਾ ਕਰਨ ਦਾ ਜੀ। ਹਾਂਜੀ, ਹੇਰਤ ਅਧਿਕਤ ਸ਼ਰਧਾ ਉਰ ਕੋ। ਤੇ ਬੜੇ ਹੀ ਧੰਨ ਭਾਗ ਜਾਣਦੇ ਜੀ, ਪੂਜਾ ਕਰਦੇ ਸੱਚੇ ਪਾਤਸ਼ਾਹ ਜੀ ਦੀ, ਸ਼ਰਧਾ ਰੱਖਦੇ ਸਤਿਗੁਰੂ ਜੀ ਦੇ ਉੱਤੇ। ਸੰਗ ਤੁਰਕ ਗਨ ਮਹਿਮਾ ਹੇਰੇ। ਨਾਲ ਨਾਲ ਤੁਰਕ ਨੇ ਜੀ ਫੌਜਾਂ ਵਿੱਚ ਜੀ। ਵਜ਼ੀਰ ਖਾਨ ਦੇ ਨਾਲ ਕਿੰਚ ਬੇਗ ਹੈ, ਮੁਸਲਮਾਨ ਸਿਪਾਹੀ ਨੇ। ਉਹ ਜਦੋਂ ਮਹਾਰਾਜ ਦੀ ਮਹਿਮਾ ਵੇਖਦੇ ਆ ਨਾ, ਉਹ ਬੜੇ ਹੈਰਾਨ ਹੁੰਦੇ ਆ। ਉਹ ਕਹਿੰਦੇ ਯਾਰਾ, ਬਾਦਸ਼ਾਹ ਤੇ ਸਾਡਾ ਵੀ ਜਾਂਦਾ, ਪਰ ਸਾਡੇ ਬਾਦਸ਼ਾਹ ਦੀ ਇੰਨੀ ਇੱਜ਼ਤ ਨਹੀਂ ਹੁੰਦੀ। ਗੱਜ ਕੇ ਆਖੋ ਵਾਹਿਗੁਰੂ। ਇਹ ਤੇ ਲੋਕ ਥਾਲਾਂ 'ਚ ਜੋਤਾਂ ਰੱਖ ਲੱਕ ਤੇ ਲਿਆ ਮਹਾਰਾਜ ਦੀ ਪੂਜਾ ਕਰ ਰਹੇ ਨੇ। ਕੋਈ ਫੁੱਲ ਚੜਾਉਂਦਾ, ਕੋਈ ਪੈਸੇ ਚੜਾਉਂਦਾ, ਕੋਈ ਮਹਾਰਾਜ ਘੋੜੇ ਤੇ ਲੰਘ ਰਹੇ ਆ,
ਉੱਥੋਂ ਹੀ ਧਰਤੀ ਤੇ ਸਿਰ ਰੱਖ ਕੇ ਮੱਥਾ ਟੇਕ ਰਿਹਾ ਹੈ। ਮੁਸਲਮਾਨ ਫੌਜੀ ਬੜੇ ਹੈਰਾਨ ਹੁੰਦੇ ਆ, ਕਹਿੰਦੇ ਬੜੀ ਵੱਡੀ ਮਹਿਮਾ, ਬੜਾ ਵੱਡਾ ਪ੍ਰਤਾਪ ਹੈ ਇਹਨਾਂ ਦਾ। ਸੰਗਤ ਜੀ, ਗੁਰੂ ਸਾਹਿਬ ਤੇ ਬੜੇ ਵੱਡੇ ਨਾ, ਗੁਰੂ ਜੀ ਦੇ ਸਿੱਖਾਂ ਦਾ ਬੜਾ ਪ੍ਰਤਾਪ ਹੋਇਆ ਜੀ। ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲੇ ਜੀ, ਜਿਨ੍ਹਾਂ ਬਾਬਾ ਬੁੱਢਾ ਜੀ ਦਾ ਸਥਾਨ ਬਣਾਇਆ ਨਾ ਬੀੜ ਸਾਹਿਬ, ਬਾਬਾ ਖੜਕ ਸਿੰਘ ਜੀ, ਉਹਨਾਂ ਦੀ ਗੱਡੀ ਮਸਾਂ 20-40 ਦੀ ਸਪੀਡ 'ਤੇ ਹੀ ਚੱਲਦੀ ਹੁੰਦੀ ਸੀਗੀ ਜੀ, ਤੇਜ਼ ਨਹੀਂ ਸੀ ਗੱਡੀ ਚਲਾਉਂਦੇ। ਅਤੇ ਜਿੰਨਾ ਵੇਖਿਆ ਉਹਨਾਂ ਮੈਨੂੰ ਦੱਸਿਆ, ਕਹਿੰਦੇ ਜਦੋਂ ਮਹਾਂਪੁਰਖਾਂ ਦੀ ਗੱਡੀ ਲੰਘਦੀ ਹੁੰਦੀ ਸੀ ਨਾ, ਬਾਣੀ ਪੜ੍ਹਦੇ ਰਹਿਣਾ, ਸੇਵਾ ਦਾ ਪ੍ਰਤਾਪ। ਕਹਿੰਦੇ ਅਸੀਂ ਵੇਖਿਆ ਲੋਕ ਖੇਤਾਂ 'ਚ ਕੰਮ ਕਰ ਰਹੇ ਹੁੰਦੇ ਸੀ ਨਾ, ਭੱਜ ਕੇ ਬਾਹਰ ਨਿਕਲਦੇ ਹੁੰਦੇ ਸੀ ਅਤੇ ਗੱਡੀ ਨੂੰ ਹੀ ਮੱਥਾ ਟੇਕੀ ਜਾਂਦੇ ਹੁੰਦੇ ਸੀਗੇ, ਅਤੇ ਗੱਡੀ ਨੂੰ ਹੀ ਮੱਥਾ ਟੇਕੀ ਜਾਣਾ। ਉੱਥੋਂ ਹੀ ਲੋਕਾਂ ਨੂੰ ਗੱਡੀ ਵੇਖ ਕੇ ਹੀ ਚਾਹ ਚੜ੍ਹ ਜਾਣਾ ਵੀ ਬਾਬੇ ਲੰਘ ਰਹੇ ਨੇ ਜੀ। ਇਹ ਤਾਂ ਸਿੱਖਾਂ ਦੀਆਂ ਗੱਲਾਂ ਨੇ। ਅਤੇ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਾਂਦੇ ਹੋਣਗੇ, ਕਿੰਨਾ ਚਾਅ ਚੜ੍ਹਦਾ ਹੋਏਗਾ ਜੀ ਸਾਰਿਆਂ ਨੂੰ। ਅਤੇ ਲੋਕ ਜਦੋਂ ਕਰਦੇ ਨਾ ਨਮਸਕਾਰਾਂ, ਅਤੇ ਤੁਰਕ ਫੌਜੀ ਵੇਖ ਵੇਖ ਹੈਰਾਨ ਹੁੰਦੇ ਆ ਜੀ। ਸੋਪ ਕਰਹਿ ਸ਼ਰਦਾ ਬਹੁ ਤੇਰੇ, ਸੌਂਪੇ ਕਰਹਿ ਸੋ ਪੀ ਕਰਹਿ ਸ਼ਰਦਾ ਬਹੁਤ ਤੇਰੇ। ਲਓ, ਤੁਰਕਾਂ ਦੇ ਮਨ ਵਿੱਚ ਵੀ ਸਤਿਗੁਰਾਂ ਦੇ ਪ੍ਰਥਾਏ ਸ਼ਰਧਾ ਪੈਦਾ ਹੋਣ ਲੱਗ ਪਈ ਜੀ। ਵੱਡੇ ਪੀਰ ਨੇ ਕਹਿੰਦੇ। ਹਾਂਜੀ, ਇਸ ਬਿਦ ਕੇ ਤਿਕ ਦਿਨ ਪ੍ਰਸਥਾਨੇ। ਸੋ ਕਈ ਦਿਨ ਲੱਗੇ, ਮਹਾਰਾਜ ਗਰੀਬ ਨਵਾਜ਼ ਜ਼ਿਆਦਾ ਨਹੀਂ ਰੁਕੇ ਕਿਤੇ ਜੀ, ਚੱਲੇ ਗਏ। ਫਿਰ ਵੀ ਕਈ ਦਿਨ ਲੱਗੇ ਇੱਥੋਂ ਮਹਾਰਾਜ ਦਿੱਲੀ ਪਹੁੰਚਣ ਵਿੱਚ ਜੀ। ਹਾਂਜੀ, ਕਰਮ ਕਰ ਸਕਲ ਪੰਥ ਉਲਘਾਨੇ। ਸੋ ਛੇਤੀ ਛੇਤੀ ਸਾਰਾ ਰਸਤਾ ਜਿਹੜਾ ਉਹ ਲੰਘ ਗਏ ਮਹਾਰਾਜ। ਹਾਂਜੀ, ਬ੍ਰਿਧ ਗੁਰਦਾਸ ਮਸੰਦ ਜੇ ਸਾਰੇ। ਹਾਂਜੀ, ਗੁਰ ਰੁਖ ਸਦ ਕਰ ਸਦਨ ਸਿਧਾਰੇ। ਇੱਧਰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਸਾਰੇ ਮੁਖੀ ਸਿੱਖ ਜਿਹੜੇ ਆ, ਉਹਨਾਂ ਨੂੰ ਮਹਾਰਾਜ ਨੇ ਹਰਿਮੰਦਰ ਸਾਹਿਬ ਵੱਲ ਭੇਜ ਦਿੱਤਾ ਜੀ। ਹਾਂਜੀ, ਉਹ ਹਰਿਮੰਦਰ ਸਾਹਿਬ ਸਾਰਾ ਸੇਵਾ ਸੰਭਾਲ ਸਾਰੀ ਕਰਦੇ ਆ ਜੀ, ਮਾਤਾ ਜੀ ਨਾਲ ਬਚਨ ਬਿਲਾਸ ਕਰਦੇ ਆ। ਹਾਂਜੀ, ਕਰਤ ਸਿਵਰ ਦਿੱਲੀ ਪੁਰ ਗਏ। ਉਧਰ ਮਹਾਰਾਜ ਦਿੱਲੀ ਪਹੁੰਚ ਗਏ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ। ਦਿੱਲੀ 'ਚ ਪਤਾ ਲੱਗ ਗਿਆ ਗੁਰੂ ਨਾਨਕ ਦੀ 6ਵੀਂ ਜੋਤ, ਗੁਰੂ ਹਰਗੋਬਿੰਦ ਸਾਹਿਬ ਦਿੱਲੀ ਪਹੁੰਚ ਗਏ ਹਨ। ਜਦੋਂ ਪਤਾ ਲੱਗਾ, ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਖਾਂ ਵਜ਼ੀਰ ਸੰਗ ਬੂਝਤ ਭਏ। ਮਹਾਰਾਜ ਵਜ਼ੀਰ ਖਾਂ ਨੂੰ ਪੁੱਛਣ ਲੱਗੇ। ਹਾਂਜੀ, ਤੁਬ ਮਰਜੀ ਕਹ ਕੌਣ ਸਥਾਨ, ਡੇਰਾ ਕਰਹਿ ਜਹਾਂ ਸੁਖ ਠਾਨ। ਮਹਾਰਾਜ ਕਹਿੰਦੇ ਵਜ਼ੀਰ ਖਾਂ ਤੇਰੇ ਨਾਲ ਦਿੱਲੀ ਆਏ ਆ, ਦੱਸ। ਕਹਿਣ ਲੱਗੇ ਦਿੱਲੀ ਵਿੱਚ ਕਿੱਥੇ ਪੜਾਅ ਕਰੀਏ, ਕਹਿਣ ਲੱਗੇ ਆਸਣ ਕਿੱਥੇ ਲਾਈਏ ਦਿੱਲੀ ਦੇ ਵਿੱਚ। ਹਾਂਜੀ, ਸਰਬਰੀਤ ਜਹ ਬਸਹਿ ਸੁਖਾਰੇ। ਜਿੱਥੇ ਸੁੱਖ ਸਹੂਲਤਾਂ ਸਾਰੀਆਂ ਹੀ ਹੋਣ, ਮਹਾਰਾਜ ਕਹਿਣ ਲੱਗੇ। ਹਾਂਜੀ, ਦਿਨ ਸਮੂਹ ਕੋ ਕਰਨ ਗੁਜਾਰੇ। ਹਾਂਜੀ, ਜਹਾਂ ਸੁਭਟ ਰਹਿ ਆਛੀ ਰੀਤ, ਸੰਗਤ ਗਨ ਦਰਸੈ ਜੁਤ ਪ੍ਰੀਤ। ਕਿਉਂ? ਮਹਾਰਾਜ ਕਹਿੰਦੇ ਸਾਡੇ ਨਾਲ ਫੌਜਾਂ ਵੀ ਨੇ, ਸਿਪਾਹੀ ਨੇ, ਸਿੱਖ ਨੇ, ਉਹਨਾਂ ਦਾ ਵੀ ਪ੍ਰਬੰਧ ਵੇਖਣਾ। ਦੂਜਾ, ਜਿੱਥੇ ਰਵਾਂਗੇ ਉੱਥੇ ਸਾਨੂੰ ਸੰਗਤਾਂ ਨੇ ਵੀ ਮਿਲਣ ਵਾਸਤੇ ਆਉਣਾ। ਇਸ ਕਰਕੇ ਵਜ਼ੀਰ ਖਾਂ ਵਧੀਆ ਜੀ ਥਾਂ ਦੱਸ ਜਿੱਥੇ ਦਿੱਲੀ ਵਿੱਚ ਅਸੀਂ ਰਹੀਏ। ਹਾਂਜੀ, ਸੁਨਤ ਖਾਨ ਕਰ ਜੋਰ ਉਚਾਰੀ। ਵਜ਼ੀਰ ਖਾਂ ਨੇ ਹੱਥ ਜੋੜ ਲਏ, ਤੁਸੀਂ ਵੀ ਜੋੜੋ, ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਬਸ ਹੋ ਹਿਰਦੇ ਤੁਮ ਧਿਆਨ ਜੋ ਧਾਰੀ। ਹਾਂਜੀ, ਜਹ ਸਤ ਸੰਗ ਪ੍ਰਭੂ ਗੁਣ ਗਾਵੈ। ਮਹਾਰਾਜ ਕਹਿੰਦੇ ਨਾ ਕਿੱਥੇ ਵਸੀਏ, ਕਿੱਥੇ ਰਹੀਏ। ਤੇ ਵਜ਼ੀਰ ਖਾਂ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੁਸੀਂ ਤੇ ਆਪਣੇ ਸਿੱਖਾਂ ਦੇ ਹਿਰਦੇ 'ਚ ਰਹਿੰਦੇ ਹੋ। ਮਹਾਰਾਜ ਤੁਸੀਂ ਤੇ ਉੱਥੇ ਰਹਿੰਦੇ ਆ। ਬਸ ਹੋ ਹਿਰਦੇ ਤੁਮ ਧਿਆਨ ਜੋ ਧਾਰੀ, ਜਿਹੜਾ ਤੁਹਾਡਾ ਧਿਆਨ ਧਾਰਦਾ ਤੁਸੀਂ ਤੋਰੇ ਹਿਰਦੇ 'ਚ ਰਹਿੰਦੇ ਹੋ। ਮਹਾਰਾਜ ਜਹ ਸਤ ਸੰਗ ਪ੍ਰਭੂ ਗੁਣ ਗਾਵੈ, ਤਹਾਂ ਬਸ ਹੋ ਤੁਮ ਕੋ ਬਨ ਆਵੈ।
ਜਿੱਥੇ ਸਤ ਸੰਗਤ ਹੋਵੇ, ਰੱਬ ਦੇ ਗੁਣ ਗਾਏ ਜਾ ਰਹੇ ਹੋਣ, ਉੱਥੇ ਰਹਿਣਾ ਤੁਹਾਨੂੰ ਚੰਗਾ ਲੱਗਦਾ, ਤੁਸੀਂ ਉੱਥੇ ਹੀ ਰਹਿੰਦੇ ਹੋ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਵੇਖੋ ਕਿੱਡੀ ਸੋਹਣੀ ਗੱਲ ਕੀਤੀ ਵਜ਼ੀਰ ਖਾਨ ਨੇ ਜੀ। ਹਾਂਜੀ। ਸਿਮਰਹਿ ਸੰਤ ਰੂਪ ਅਬਿਨਾਸੀ, ਤਿਨਕੇ ਆਪ ਬਸਤ ਹੋ ਪਾਸੀ। ਸੱਚੇ ਪਾਤਸ਼ਾਹ ਸੰਤ ਲੋਕ ਤੁਹਾਨੂੰ ਯਾਦ ਕਰਦੇ ਐ, ਤੇ ਮਹਾਰਾਜ ਤੁਸੀਂ ਤੇ ਸੰਤਾਂ ਦੇ ਕੋਲ ਰਹਿੰਦੇ ਜੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿੱਥੇ ਰਹੀਏ, ਤੇ ਵਜ਼ੀਰ ਖਾਂ ਪ੍ਰੇਮ ਚ ਆ ਕੇ ਆਪਣੀਆਂ ਹੀ ਗੱਲਾਂ ਕਰਨ ਲੱਗ ਪਏ ਜੀ। ਹਾਂਜੀ। ਨਗਰ ਸੁਦਾਸਰ ਸ਼੍ਰੀ ਹਰ ਮੰਦਰ, ਨਿਸ ਦਿਨ ਬਸ ਹੋ ਤਿਸੀ ਕੇ ਅੰਦਰ। ਤੇ ਸੱਚੇ ਪਾਤਸ਼ਾਹ ਨਿਰਗੁਣ ਰੂਪ ਵਿੱਚ ਤੇ ਤੁਸੀਂ ਹੁਣ ਵੀ ਹਰਮੰਦਰ ਸਾਹਿਬ ਦੇ ਵਿੱਚ ਵਸ ਰਹੇ ਹੋ। ਸੱਚੇ ਪਾਤਸ਼ਾਹ ਤੁਸੀਂ ਤੇ ਉੱਥੇ ਵਸਦੇ ਹੋ ਸਦਾ। ਹਾਂਜੀ। ਜਿਨ ਕੇ ਸਦਾ ਸਤੋ ਗੁਣ ਲਹੋ, ਜਨ ਪ੍ਰੇਮੀ ਕੇ ਉਰ ਨਿਤ ਰਹੋ। ਤੇ ਸੱਚੇ ਪਾਤਸ਼ਾਹ ਜਿਹਦਾ ਸਤੋ ਗੁਣ ਤੁਸੀਂ ਵੇਖੋ, ਜਿਹਦੇ ਅੰਦਰ ਦਾ ਪ੍ਰੇਮ ਵੇਖੋ, ਹੁਣ ਵੀ ਤੁਸੀਂ ਉਹਦੇ ਹਿਰਦੇ ਵਿੱਚ ਜਾ ਕੇ ਬੈਠ ਜਾਂਦੇ ਹੋ। ਹੁੰਦਾ ਐਸਾ ਜੀ। ਮਹਾਰਾਜ ਚੌਂਕੜਾ ਮਾਰ ਲੈਂਦੇ ਅੰਦਰ ਆ ਕੇ ਜੀ। ਹਾਂਜੀ। ਜੋ ਮਨ ਹੈ ਭਾਣਾ ਕਰਤਾਰ, ਤਨ ਹੰਤਾ ਜੁਤ ਤਜੈ ਬਿਕਾਰ। ਪੜ੍ਹ ਦੋ। ਸਰਲ ਸਤੀਰਜ ਉਰ ਕੋ ਹੇਰੇ, ਤਹਾਂ ਬਾਸ ਨਿਜ ਕਰਹੁ ਬਡੇਰੇ। ਜਿਹੜੇ ਭਾਣਾ ਮੰਨਦੇ ਆ, ਧੀਰਜ ਵਾਲੇ ਆ, ਨਾਮ ਜਪਦੇ ਆ, ਉਹਨਾਂ ਕੋਲ ਤੁਸੀਂ ਰਹਿੰਦੇ ਹੋ। ਸੱਚੇ ਪਾਤਸ਼ਾਹ ਬਾਣੀ ਵੀ ਕਹਿੰਦੀ ਹੈ, ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਗੱਜ ਕੇ ਆਖੋ ਵਾਹਿਗੁਰੂ। ਰੱਬ ਭਗਤਾਂ ਕੋਲ ਰਹਿੰਦਾ ਜੀ, ਰੱਬ ਆਪਣੇ ਸੇਵਕਾਂ ਦੇ ਕੋਲ ਰਹਿੰਦਾ ਜੀ। ਹਾਂਜੀ। ਇਸ ਪੁਰ ਜਹ ਮਜਨੂ ਅਸਥਾਨ, ਅਵਲੋਕਨ ਰਮਣੀਕ ਮਹਾਨ। ਤੇ ਸੱਚੇ ਪਾਤਸ਼ਾਹ ਜੇ ਵੈਸੇ ਤਾਂ ਤੁਸੀਂ ਰਹਿੰਦੇ ਤੇ ਸੇਵਕਾਂ ਦੇ ਹਿਰਦੇ ਵਿੱਚ, ਪਰ ਜੇ ਪੁੱਛਦੇ ਹੋ ਤੇ ਮਹਾਰਾਜ ਮੈਂ ਤੁਹਾਨੂੰ ਦੱਸ ਦਿੰਦਾ, ਦਿੱਲੀ ਦੇ ਵਿੱਚ ਧਿਆਨ ਨਾਲ ਸੁਣਿਓ, ਆਖੋ ਵਾਹਿਗੁਰੂ। ਦਿੱਲੀ ਦੇ ਵਿੱਚ ਬਹੁਤ ਸੋਹਣਾ ਇੱਕ ਰਮਣੀਕ ਸਥਾਨ ਹੈ, ਜਿੱਥੇ ਸੰਤ ਲੋਕ ਵੀ ਰਹਿੰਦੇ ਆ। ਉਹਨੂੰ ਮਜਨੂ ਦਾ ਟਿੱਲਾ ਕਹਿੰਦੇ ਆ। ਹੈਗਾ ਨਾ ਜੀ ਮਜਨੂ ਟਿੱਲਾ ਉੱਥੇ। ਕਹਿੰਦੇ ਮਹਾਰਾਜ ਉਹ ਥਾਂ ਵਧੀਆ ਆਪ ਜੀ ਵਾਸਤੇ। ਕੇਤਿਕ ਕਹਿਤ ਸੁਨੇ ਮੈਂ ਐਸੇ। ਮੈਂ ਕਈਆਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਹੋਈ ਹੈ ਮੇਰੀ, ਮੈਂ ਸੁਣਿਆ ਮਹਾਰਾਜ। ਹਾਂਜੀ। ਸ਼੍ਰੀ ਨਾਨਕ ਜੀ ਤਿਸ ਥਲ ਬੈਸੇ। ਬੇ ਮਜਨੂ ਟਿੱਲੇ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਵੀ ਬੈਠੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਵੀ ਚਰਨ ਪਾਏ ਮਜਨੂ ਟਿੱਲੇ ਆ ਕੇ। ਹਾਂਜੀ। ਤਹਾਂ ਬਾਸ ਸੁਖ ਸਾਥ ਕਰੀਜੈ। ਤੇ ਸੱਚੇ ਪਾਤਸ਼ਾਹ ਉੱਥੇ ਆਪ ਜੀ ਵਸਣਾ ਕਰੋ ਮਹਾਰਾਜ। ਹਾਂਜੀ। ਪ੍ਰਥਮ ਚਲਹੁ ਦੇਖਨ ਕਰ ਲੀਜੈ। ਤੇ ਪਹਿਲਾਂ ਮਹਾਰਾਜ ਆਪਾਂ ਮਜਨੂ ਟਿੱਲੇ ਹੀ ਚੱਲਦੇ ਆਂ। ਆਪ ਜੀ ਪਹਿਲਾਂ ਉਹ ਜਗ੍ਹਾ ਵੇਖ ਲਵੋ। ਮਹਾਰਾਜ ਘੋੜੇ ਤੇ ਬੈਠੇ, ਬੜੇ ਸ਼ਾਂਤ, ਸਾਰੀਆਂ ਗੱਲਾਂ ਸੁਣਦੇ ਜੀ। ਹਾਂਜੀ। ਦਿਲ ਪਸੰਦ ਕਰ ਉਤਰਹੁ ਫੇਰ। ਜੇ ਤੇ ਮਜਨੂ ਟਿੱਲਾ ਤੁਹਾਨੂੰ ਪਸੰਦ ਹੋਵੇ ਤੇ ਫਿਰ ਮਹਾਰਾਜ ਆਪ ਉੱਥੇ ਆਸਣ ਲਾ ਦਿਓ। ਹਾਂਜੀ। ਨਾ ਹਿਤ ਅਪਰ ਥਾਨ ਕੋ ਹੇਰ। ਨਹੀਂ ਤਾਂ ਕੋਈ ਹੋਰ ਜਗ੍ਹਾ ਵੇਖ ਲਵਾਂਗੇ ਸੱਚੇ ਪਾਤਸ਼ਾਹ। ਹਾਂਜੀ। ਇਮ ਕਹਿ ਖਾਂ ਵਜ਼ੀਰ ਲੈ ਚਾਲਾ। ਲਓ ਜੀ ਇਹ ਕਹਿ ਕੇ ਵਜ਼ੀਰ ਖਾਂ ਸੱਚੇ ਪਾਤਸ਼ਾਹ ਜੀ ਨੂੰ ਕਿੱਧਰ ਲੈ ਤੁਰਿਆ? ਕਿੱਧਰ? ਮਜਨੂ ਟਿੱਲੇ ਵੱਲ ਜੀ। ਹਾਂਜੀ। ਜਾਏ ਦਿਖਾਇਓ ਥਾਨ ਬਿਸਾਲਾ। ਕਰਦਿਆਂ ਕਰਦਿਆਂ ਫੌਜਾਂ ਪਿੱਛੇ ਦਿੱਲੀ ਚ ਮਹਾਰਾਜ ਲੰਘ ਰਹੇ ਆ ਸੱਚੇ ਪਾਤਸ਼ਾਹ, ਤੇ ਮਜਨੂ ਟਿੱਲਾ ਜਗ੍ਹਾ ਵਿਖਾਈ ਮਹਾਰਾਜ ਨੂੰ। ਦਿੱਲੀ ਸ਼ੁਰੂ ਤੋਂ ਬੜਾ ਸਾਫ ਸੁਥਰਾ ਸ਼ਹਿਰ ਰਿਹਾ ਜੀ, ਮੇਨ ਸਥਾਨ ਜੀ। ਉੱਦਾਂ ਤਾਂ ਉੱਥੇ ਵੀ ਬੜਾ ਖਲਾਰਾ ਹੈਗਾ ਜੀ, ਭੀੜਾ ਇਲਾਕਾ ਵੀ ਹੈਗਾ ਉੱਥੇ, ਪਰ ਕਿਉਂਕਿ ਬਾਦਸ਼ਾਹ ਲੋਕ ਉੱਥੇ ਰਹਿੰਦੇ ਸੀਗੇ, ਇਸ ਕਰਕੇ ਦਿੱਲੀ ਸ਼ੁਰੂ ਤੋਂ ਸੋਹਣਾ ਸੁਥਰਾ ਰਿਹਾ ਜੀ। ਤੇ ਮਹਾਰਾਜ ਲੰਘ ਰਹੇ ਸੱਚੇ ਪਾਤਸ਼ਾਹ, ਮਜਨੂ ਟਿੱਲੇ ਗੁਰੂ ਹਰਗੋਬਿੰਦ ਸਾਹਿਬ ਪਹੁੰਚੇ। ਸ਼੍ਰੀ ਜਮਨਾ ਕੋ ਸੁੰਦਰ ਤੀਰ। ਮਜਨੂ ਟਿੱਲਾ ਨਾ ਜੀ ਜਿਹੜਾ, ਉਹ ਜਮਨਾ ਦੇ ਕੰਢੇ ਹੈ ਜੀ। ਹਾਂਜੀ।
ਪਾਵਨ ਪਰਮ ਪ੍ਰਵਾਹਤ ਨੀਰ। ਇੱਕ ਬੰਨੇ ਬਹੁਤ ਸੋਹਣੀ ਜਮਨਾ ਲੰਘ ਰਹੀ ਹੈ ਜੀ। ਹਾਂਜੀ, ਜਿਸ ਦੇਖੇ ਉਰ ਹੋਤ ਆਨੰਦ। ਜਦੋਂ ਮਹਾਰਾਜ ਨੇ ਮਜਨੂੰ ਟਿੱਲਾ ਦੇਖਿਆ, ਲਾਗੇ ਜਮਨਾ ਲੰਘਦੀ ਵੇਖੀ, ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਜੀ। ਸਾਰੇ ਗੁਰੂ ਸਾਹਿਬਾਨ ਨੂੰ ਨਾ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਦਾ ਬੜਾ ਆਨੰਦ ਆਉਂਦਾ ਹੈ ਜੀ। ਹਾਂਜੀ, ਇੱਕ ਸਮ ਥਲ ਕੁਛ ਊਚ ਬਿਲੰਦ। ਫਿਰ ਮਜਨੂੰ ਟਿੱਲੇ ਦੀ ਹੋਰ ਖਾਸੀਅਤ ਪਤਾ ਕੀ ਸੀ ਉਸ ਸਮੇਂ? ਮਜਨੂੰ ਟਿੱਲਾ ਥੋੜਾ ਉੱਚਾ ਸੀਗਾ ਜੀ। ਪਹਾੜੀ ਹੁੰਦੀ ਹੈ ਜਿਵੇਂ, ਥੋੜਾ ਉੱਚਾ ਸੀ ਤੇ ਉੱਤੇ ਜਾ ਕੇ ਸਾਰਾ ਪੱਧਰਾ ਸੀਗਾ ਜੀ। ਉਹ ਬੜਾ ਵਧੀਆ ਸਥਾਨ ਸੀਗਾ ਜੀ। ਹਾਂਜੀ, ਅਵਲੋਕਤ ਮੁਦ ਉਤਰ ਪਰੇ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਵੇਖ ਕੇ ਮਜਨੂੰ ਟਿੱਲਾ ਤੇ ਬੜੇ ਪ੍ਰਸੰਨ ਹੋਏ ਆ। ਹਾਂਜੀ, ਲਖ ਗੁਰ ਰੁਖ ਕੋ ਸਿਵਰ ਕਰੇ ਹੈ। ਮਹਾਰਾਜ ਨੇ ਫਿਰ ਉੱਥੇ ਉਤਾਰਾ ਕੀਤਾ। ਮਜਨੂੰ ਟਿੱਲੇ ਮਹਾਰਾਜ ਜਾ ਕੇ ਘੋੜੇ ਤੋਂ ਉਤਰੇ ਹੇਠਾਂ ਜੀ। ਉੱਥੇ ਸਤਿਗੁਰੂ ਜੀ ਨੇ ਚਰਨ ਪਾਏ। ਉੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਦੀ ਸਹਿਮਤੀ ਵੇਖੀ, ਉੱਥੇ ਤੰਬੂ ਲਾਤੇ ਜੀ। ਮਜਨੂੰ ਟਿੱਲਾ ਕੀ ਹੋਇਆ ਜੀ? ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸੁਹਾਵਾ ਥਾਨ ਹੋ ਗਿਆ ਜੀ। ਹਾਂਜੀ, ਤੰਬੂ ਸ਼ਮਯਾਨੇ ਗਨ ਤਾਨੇ। ਲਓ ਜੀ, ਤੰਬੂ ਲੱਗ ਗਏ, ਸ਼ਮਿਆਨੇ ਲੱਗ ਗਏ ਜੀ। ਹਾਂਜੀ, ਰੇਸ਼ਮ ਡੋਰ ਸੋ ਐ ਚੰਬਤਾਨੇ। ਰੇਸ਼ਮ ਦੀਆਂ ਡੋਰਾਂ ਨਾਲ ਖਿੱਚ ਖਿੱਚ ਕੇ ਤੰਬੂ ਲੱਗੇ ਜੀ। ਖਰੀ ਕਨਾਤ ਬਨਾਤ ਕਰ ਖਰੀ। ਮਹਾਰਾਜ ਜੀ ਵਾਸਤੇ ਸੋਹਣੀ ਕਨਾਤ ਲਾ ਦਿੱਤੀ ਜੀ। ਇੱਕ ਕਿਤ ਕਿਤ ਚਰਿਤਰਕਾਰ ਜਰੀ ਕੀ। ਜਿਹਦੇ ਉੱਤੇ ਚਿੱਤਰਕਾਰੀ ਹੈ, ਬੜੀ ਸੋਹਣੀ ਕਨਾਤ ਹੈ ਜੀ। ਹਾਂਜੀ, ਗੁਰ ਕੇ ਚਾਹੁੰ ਦਿਸ਼ ਪਟ ਸਮੁਦਾਏ। ਮਹਾਰਾਜ ਜੀ ਦਾ ਆਸਣ ਉੱਥੇ ਲੱਗ ਗਿਆ। ਚਾਰੇ ਪਾਸੇ ਪਹਿਰੇਦਾਰਾਂ ਦੇ ਪਹਿਰੇ ਲੱਗ ਗਏ ਜੀ। ਹਾਂਜੀ, ਨਿਜ ਨਿਜ ਤੰਬੂ ਤਹਾਂ ਲਗਾਏ। ਸਾਰਿਆਂ ਨੇ ਆਪੋ ਆਪਣੇ ਤੰਬੂ ਮਜਨੂੰ ਟਿੱਲੇ ਲਾ ਲਏ ਜੀ। ਪੰਗਤ ਲੱਗੀ ਤੁਰੰਗਨ ਕੇਰੀ। ਘੋੜੇ ਵੀ ਲਾਈਨਾਂ ਵਿੱਚ ਲੱਗ ਗਏ ਜੀ। ਹਾਂਜੀ, ਜਹਾਂ ਦ੍ਰਿਸ਼ਟ ਨਰ ਨਹਾਂ ਦ੍ਰਿਸ਼ਟ ਕਰ ਨਿਤ ਗੁਰ ਹੇਰੀ। ਉੱਥੇ ਕੋ ਘੋੜੇ ਮਹਾਰਾਜ ਨੇ ਖੜੇ ਕਰਵਾਏ, ਜਿੱਥੇ ਮਹਾਰਾਜ ਦੀ ਦ੍ਰਿਸ਼ਟੀ ਘੋੜਿਆਂ ਤੇ ਵੀ ਪੈਂਦੀ ਰਵੇ ਜੀ। ਹਾਂਜੀ, ਤਬ ਵਜੀਰ ਖਾਨ ਨਿਕਟ ਸਕਾਰਾ, ਕਰਹੁ ਆਪਨੇ ਸਦਨ ਉਤਾਰਾ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਵਜ਼ੀਰ ਖਾਨ ਨੂੰ ਸੱਦਿਆ, ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਨੇਮੀ ਹੈ। ਮਹਾਰਾਜ ਕਹਿੰਦੇ, ਵਜ਼ੀਰ ਖਾਂ ਸਾਡੇ ਆਸਣ ਲੱਗ ਗਏ ਹੈ, ਹੁਣ ਤੂੰ ਆਪਣੇ ਘਰ ਜਾ। ਮਹਾਰਾਜ ਕਹਿਣ ਲੱਗੇ, ਉੱਥੇ ਉਤਾਰਾ ਕਰ। ਹਾਂਜੀ, ਜੇ ਅਵਸਰ ਬਨ ਹੈ ਤੁਵ ਆਜੂ। ਹਾਂਜੀ, ਕਰਹੁ ਜਨਾਵਨ ਆਪਨ ਕਾਜੂ। ਜੇ ਤੇ ਮੌਕਾ ਤੈਨੂੰ ਅੱਜ ਮਿਲੇ ਤੇ ਠੀਕ ਹੈ, ਨਹੀਂ ਤੇ ਫਿਰ ਕੁਝ ਦਿਨ ਭਲ ਕੇ ਸਹੀ। ਜੇ ਅੱਜ ਮੌਕਾ ਮਿਲੇ ਤੇ ਬਾਦਸ਼ਾਹ ਨੂੰ ਦੱਸ ਦਿੱਤਾ ਜਾਵੇ, ਆਪਣਾ ਮਨੋਰਥ ਦੱਸ ਦਵੀਂ। ਹਾਂਜੀ, ਨਾਹੇ ਤਾ ਪਾਤਸ਼ਾਹ ਕੇ ਪਾਸੀ, ਸੁਧ ਹਮਰੀ ਕਰ ਦੇਹੋ ਪ੍ਰਕਾਸ਼ੀ। ਨਹੀਂ ਤੇ ਕੁਝ ਸਮਾਂ ਠਹਿਰ ਕੇ ਦੱਸ ਦਿਓ, ਬਾਦਸ਼ਾਹ ਨੂੰ ਦੱਸ ਦਿਓ ਅਸੀਂ ਪਹੁੰਚ ਗਏ ਹਾਂ। ਅਸ ਕਹਿ ਸਿਰੇ ਪਾਓ ਵੱਡ ਮੋਲ, ਬਖਸ਼ਿਓ ਸਤਿਗੁਰ ਕਹਿ ਮ੍ਰਿਦ ਬੋਲ। ਗੱਜ ਕੇ ਆਖੋ ਵਾਹਿਗੁਰੂ। ਤੇ ਵਜ਼ੀਰ ਖਾਂ ਸਤ ਬਚਨ ਹੀ ਕਰਦਾ ਜੀ। ਤੇ ਵਜ਼ੀਰ ਖਾਨ ਦਾ ਪ੍ਰੇਮ ਵੇਖ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਸ ਕਹਿ ਸਿਰੇ ਪਾਓ ਵੱਡ ਮੋਲ, ਬੜਾ ਮਹਿੰਗਾ ਇੱਕ ਸਰੋਪਾ ਵਜ਼ੀਰ ਖਾਨ ਨੂੰ ਦਿੱਤਾ ਜੀ। ਤੇ ਜਿਹਨੂੰ ਗੁਰੂ ਆਪਣੇ ਹੱਥੋਂ ਸਰੋਪਾ ਦੇ ਦੇ ਨਾ, ਸਮਝੋ ਉਹਦੀ ਇੱਜ਼ਤ ਪੱਤ ਬਣ ਗਈ ਜੀ। ਅੱਜ ਤੇ ਸਰੋਪਿਆਂ ਵਾਲਿਆਂ ਦਾ ਕੰਮ ਹੀ ਬੜਾ ਸੌਖਾ ਜੀ। ਸਰੋਪੇ ਲੈ ਕੇ ਤੇ ਸੁੱਟ ਛੱਡਦੇ ਆ, ਗੱਡੀਆਂ 'ਚ ਪਏ ਰਹਿੰਦੇ ਆ। ਸਰੋਪੇ ਲੈ ਕੇ ਘਰਾਂ ਦੇ ਵਿੱਚ ਸੁੱਟੀ ਰੱਖਦੇ ਆ। ਸਰੋਪੇ ਦਾ ਅਰਥ ਕੀ ਭਲਾ? ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਵੱਲੋਂ ਬਖਸ਼ਿਆ ਹੋਇਆ ਇੱਕ ਕੱਪੜਾ, ਤੇ ਕੱਪੜੇ ਵਿੱਚ ਹੀ ਗੁਰੂ ਨੇ ਸਾਰੀਆਂ ਬਖਸ਼ਿਸ਼ਾਂ ਦੇ ਦਿੱਤੀਆਂ ਨੇ। ਸੋ ਮਹਾਰਾਜ ਨੇ ਸਿਰੇ ਪਾਉ ਦਿੱਤਾ ਜੀ ਉਹਨੂੰ ਜੀ। ਹਾਂਜੀ, ਕਿੰਚ ਬੇਗ ਕੇ ਦੂਸਰ ਦਏ। ਇੱਕ ਕਿੰਚ ਬੇਗ ਵੀ ਨਾਲ ਸੀ, ਸੋ ਮਹਾਰਾਜ ਨੇ ਕਿੰਚ ਬੇਗ ਨੂੰ ਵੀ ਸਰੋਪਾ ਦਿੱਤਾ ਜੀ। ਹਾਂਜੀ, ਲੈ ਦੋਨੋਂ ਸਿਰ ਪਰ ਧਰ ਲਏ। ਦੋਵਾਂ ਨੇ ਲੈ ਕੇ ਸਿਰ ਤੇ ਰੱਖਿਆ ਸਰੋਪਾ ਜੀ।
ਸਤਿਗੁਰਾਂ ਨੇ ਆਪਣੇ ਹੱਥੋਂ ਦਿੱਤਾ ਜੀ। ਹਾਂਜੀ, ਠਾਂਡੇ ਹੋਏ ਬੰਦਗੀ ਠਾਨੀ। ਸਾਹਮਣੇ ਖਲੋ ਗਏ, ਹੱਥ ਜੋੜ ਲਏ, ਬੜਿਆ ਨਮਸਕਾਰਾਂ ਕੀਤੀਆਂ, ਬੜਾ ਮਹਾਰਾਜ ਦਾ ਸਤਿਕਾਰ ਕੀਤਾ। ਤੁਸੀਂ ਵੀ ਹੱਥ ਜੋੜੋ ਇੱਕ ਵਾਰੀ ਚੰਗੀ ਤਰ੍ਹਾਂ, ਸਾਰੇ ਐ ਚੰਗੀ ਤਰ੍ਹਾਂ, ਉਂਗਲਾਂ ਜੁੜੀਆਂ ਹੋਣ ਆਪਸ 'ਚ, ਹੱਥ ਇਹਨੂੰ ਜੋੜਨਾ ਕਹਿੰਦੇ, ਤੇ ਪਿਆਰ ਨਾਲ ਨਮਸਕਾਰ ਕਰਕੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਬੋਲੇ ਮ੍ਰਿਦੁਲ ਸਬਿਨਤੀ ਬਾਨੀ। ਤੇ ਬੜੇ ਮਿੱਠੇ ਬੋਲਾਂ ਦੇ ਵਿੱਚ ਨਾ ਦੋਵੇਂ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਗੁਰ ਘਰ ਕੇ ਹਮ ਸਦਾ ਗੁਲਾਮ। ਸੱਚੇ ਪਾਤਸ਼ਾਹ ਅਸੀਂ ਤੇ ਤੁਹਾਡੇ ਘਰ ਦੇ ਗੁਲਾਮ ਹੈਗੇ ਆ ਮਹਾਰਾਜ, ਮਹਾਰਾਜ ਸੇਵਕ ਹੈਗੇ ਆ ਆਪ ਜੀ ਦੇ ਘਰ ਦੇ। ਹਾਂਜੀ, ਬਖਸ਼ਿਓ ਤੁਮ ਹਮ ਪਾਸ ਤਮਾਮ। ਤੇ ਮਹਾਰਾਜ ਆਪ ਸਭ ਦਾ, ਆਪ ਜੀ ਦਾ ਬਖਸ਼ਿਆ ਬਹੁਤ ਕੁਝ ਹੈਗਾ, ਸਭ ਕੁਝ ਤੁਸਾਂ ਹੀ ਦਿੱਤਾ ਸਾਨੂੰ ਮਹਾਰਾਜ। ਹਾਂਜੀ, ਰੁਖ ਸਦ ਹੋਏ ਸਦਨ ਕੋ ਗਏ। ਸ਼ੀਲ ਸਰੂਪ ਸਹਾ ਸਰਾਹਤ ਭਏ। ਉੱਥੋਂ ਫਿਰ ਮਜਨੂੰ ਟਿੱਲੇ ਤੋਂ ਹੇਠਾਂ ਉਤਰੇ ਰਿਓ ਜੀ। ਟਿੱਲੇ ਦਾ ਅਰਥ ਹੀ ਉੱਚੀ ਥਾਂ ਹੁੰਦੀ ਹੈ ਜੀ। ਹਾਂਜੀ, ਹੇਠਾਂ ਉਤਰੇ, ਮਹਾਰਾਜ ਗਰੀਬ ਨਵਾਜ ਜੀ ਦੇ ਸੋਹਣੇ ਰੂਪ ਦੀਆਂ ਸਿਫਤਾਂ ਕਰਦੇ ਦੋਵੇਂ ਜੀ। ਹਾਂਜੀ, ਉਤਰੇ ਪਗ ਕਰ ਨੀਰ ਪਖਾਰੇ। ਨਿਰਮਲ ਬਸਤਰ ਸਕਲ ਤਨ ਧਾਰੇ। ਗਰੀਬ ਨਵਾਜ ਮਹਾਰਾਜ, ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਫਿਰ ਉਹ ਆਪਣੇ ਘਰਾਂ ਨੂੰ ਗਏ। ਗਏ ਦੁਰਗਮ ਹੈ ਮਿਲ ਕਰ ਦਊ, ਸ਼ਾਹੋ ਸੰਗ ਮਿਲਬੇ ਕਹਿ ਚੋ। ਗਏ ਆ, ਬਸਤਰ ਬਦਲੇ ਆ, ਫਿਰ ਜਾ ਕੇ ਬਾਦਸ਼ਾਹ ਨੂੰ ਮਿਲਣਾ। ਉੱਥੇ ਮਜਨੂੰ ਟਿੱਲੇ ਇੱਕ ਸੰਤ ਰਹਿੰਦਾ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਥੋੜੀ ਗੱਜ ਕੇ। ਮਜਨੂੰ ਟਿੱਲੇ ਨਾ ਇੱਕ ਸੰਤ ਰਹਿੰਦਾ ਸੰਗਤ ਜੀ। ਉਸ ਸੰਤ ਨੂੰ ਵੀ ਮਹਾਰਾਜ ਨੇ ਉਪਦੇਸ਼ ਦੇਣਾ ਜੀ। ਉਹਦੀ ਕਿਸਮਤ ਜਾਗੀ, ਸੱਚੇ ਪਾਤਸ਼ਾਹ ਉੱਥੇ ਆ ਗਏ ਆ ਜੀ। ਵੇਖੋ, ਉਸ ਸੰਤ ਨੂੰ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਨਹੀਂ ਆਉਣਾ ਪਿਆ ਜੀ, ਸੱਚੇ ਪਾਤਸ਼ਾਹ ਮਹਾਰਾਜ ਉੱਥੇ ਹੀ ਆ ਗਏ ਜੀ। ਸਵੇਰੇ ਤੋਂ ਅੱਗੇ ਜੋ ਕਥਾ ਹੋਏਗੀ ਕੱਲ ਨੂੰ ਸਰਵਣ ਕਰਾਂਗੇ। 2 ਮਿੰਟ ਗੁਰਮੰਤਰ ਦਾ ਜਾਪ ਕਰੋ ਗੱਜ ਕੇ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਗੱਜ ਕੇ ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ ਜੀ ਕਿੱਥੇ ਆ ਗਏ ਆ ਦਿੱਲੀ ਆ ਗਏ ਮਜਨੂ ਦੇ ਟਿੱਲੇ ਆ ਗਏ ਹਾਂਜੀ ਮਜਨੂ ਨਾ ਸੁਣਿਆ ਹੋਣਾ ਤੁਸੀਂ ਮਜਨੂ ਦਾ ਜੀ ਇਹ ਉਹ ਮਜਨੂ ਨਹੀਂ ਹੈਗਾ ਜੀ ਲੈਲਾ ਵਾਲਾ ਇੱਥੇ ਮਜਨੂ ਇੱਕ ਸੰਤ ਹੋਇਆ ਜੀ ਤੇ ਉਹਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਮਿਲੇ ਸਨ ਜੀ ਹੁਣ ਇੱਕ ਸੰਤ ਹੋਰ ਰਹਿੰਦਾ ਇੱਥੇ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਾਰਨਾ ਜੀ ਉਹ ਪ੍ਰਸੰਗ ਕੱਲ ਨੂੰ ਸੁਣਾਂਗੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਜ ਸੁਭਾਈ ਦਰਸ਼ਨ ਬਰਸਿਆ ਗੁਰੂ ਕਾ ਹੋਵਾ ਸਿਵਤ ਖਸਮਦੀ ਨੂਰ ਅਰਸੋਂ ਕੁਰਸੋਂ ਤੁਧ ਰਿਠੇ ਸੱਚੇ ਪਾਤਸ਼ਾਹ ਮਲ